किताब विपरण की रीत तो सच दा मार्ग भाग 8वां। लेखक सरदार गुरबख्श सिंह काला अफगाना। पंजवें कांड दा 9वां भाग क्रोध, 10वां भाग लोभ, 11वां भाग लोभी, 12वां भाग लोभ मोह, 13वां भाग किरपन, सूम कंजूस, 14वां भाग मोह, 15वां भाग मोह रूप चिक्कड़, 16वां भाग मोह ठगौरी, 17वां भाग मोह दा एक पक्ष ਇਹ ਅਤੇ 18ਵਾਂ ਭਾਗ ਪਿਆਰ ਪ੍ਰੀਤ ਪ੍ਰੇਮ ਨੇ ਇਸ਼ਕ ਆਸ਼ਿਕ ਤੇ ਮੋਹ ਮੁਹੱਬਤ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। क्रोध काम क्रोध काया को गालै, ज्यों कंचन सुहागा ढालै। पन्ना 932। क्रोध अजिहा ਭਿਆਨਕ ਰੋਗ ਹੈ, ਜਦ ਕਿਸੇ ਤੇ ਸਵਾਰ ਹੋ ਜਾਂਦਾ ਹੈ ਤਾਂ ਚੰਗੇ ਭਲੇ ਮਨੁੱਖ ਦੀ ਬੁੱਧੀ ਵਿੱਚੋਂ ਸ਼ੁਭ ਵਿਚਾਰ ਕਰ ਸਕਣ ਵਾਲੀ ਜਾਂ ਕਿਸੇ ਦੂਜੇ ਦੀ ਸ਼ੁਭ ਸਿੱਖਿਆ ਸਮਝ ਸਕਣ ਦੀ ਸਮਰੱਥਾ ਦਾ ਨਾਸ਼ ਕਰ ਦਿੰਦਾ ਹੈ। ਕ੍ਰੋਧੀ ਮਨੁੱਖ ਦਾ ਪਤਾ ਹੀ ਨਹੀਂ ਕਿਸ ਵੇਲੇ ਕਿਹੋ ਜਿਹਾ ਭਾਣਾ ਵਰਤਾ ਦੇਵੇ। ਕ੍ਰੋਧਵਾਨ ਹੋਇਆ ਮਨੁੱਖ ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦਾ ਹੈ। ਕਠਨ ਕ੍ਰੋਧ ਘਟ ਹੀ ਕੇ ਭੀਤਰ, ਜਿਹ ਸੁਧ ਸਭ ਬਿਸਰਾਈ। ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਂ ਸਿਉ ਕਛ ਨਾ ਬਸਾਈ। ਪੰਨਾ 219। ਅਰਥ, ਹੇ ਸੰਤ ਜਨੋ, ਵਸ ਵਿੱਚ ਨਾ ਆ ਸਕਣ ਵਾਲਾ ਕ੍ਰੋਧ ਵੀ ਇਸ ਹਿਰਦੇ ਵਿੱਚ ਹੀ ਵਸਦਾ ਹੈ, ਜਿਸ ਨੇ ਮਨੁੱਖ ਨੂੰ ਭਲੇ ਪਾਸੇ ਦੀ ਸਾਰੀ ਹੋਸ਼ ਭੁਲਾ ਦਿੱਤੀ ਹੈ। ਕ੍ਰੋਧ ਨੇ ਹਰੇਕ ਮਨੁੱਖ ਦਾ ਸ੍ਰੇਸ਼ਟ ਗਿਆਨ ਚੁਰਾ ਲਿਆ ਹੈ। ਉਸ ਨਾਲ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ। ਪੁਲਿਸ ਦੀ ਨੌਕਰੀ ਸਮੇਂ ਇਹੋ ਜਿਹੀਆਂ ਕਈ ਘਟਨਾਵਾਂ ਨਾਲ ਵਾਹ ਪਿਆ ਹੈ, ਜਿੱਥੇ ਕ੍ਰੋਧਵਸ ਹੋਏ ਮਨੁੱਖ ਨੇ ਆਪਣਾ ਭਰਾ, ਆਪਣਾ ਪਿਤਾ, ਪੁੱਤਰ, ਇਸਤਰੀ ਅਥਵਾ ਆਪਣਾ ਬੜਾ ਪਿਆਰਾ ਸੱਜਣ ਅਕਾਰਨ ਹੀ ਮਾਰ ਮੁਕਾਇਆ। ਫਿਰ ਕ੍ਰੋਧ ਅਗਨੀ ਠੰਡੀ ਹੋਣ 'ਤੇ ਉਹੀ ਮਨੁੱਖ ਪਛਤਾਵੇ ਦੀ ਅੱਗ ਵਿੱਚ ਸੜਦਾ, ਕੰਧਾਂ ਨੂੰ ਟੱਕਰਾਂ ਮਾਰਦਾ ਵੇਖਿਆ ਗਿਆ। ਮੈਂ ਮੇਰੀ ਤੋਂ ਉਪਜੀ ਹਉਮੈ ਅਥਵਾ ਹੰਕਾਰ ਕ੍ਰੋਧ ਦਾ ਮੂਲ ਹੈ। ਕ੍ਰੋਧ ਬਾਰੇ ਪੰਚਮ ਪਾਤਸ਼ਾਹ ਜੀ ਦਾ ਫਰਮਾਨ ਅਤੇ ਦਿਆਲੂ ਸਤਿਗੁਰਾਂ ਦੀ ਪ੍ਰਭੂ ਅੱਗੇ ਅਰਦਾਸ। ਹੇ ਕਲ ਮੂਲ ਕ੍ਰੋਧੰ ਕਤੰਚ ਕਰੁਣਾ ਨਾ ਉਪਰਜਤੇ, ਬੇਖਯੰਤ ਜੀਵੰ ਵਸਿਅੰ ਕਰੋਤ, ਨਿਰਤੰ ਕ੍ਰੋਧ ਜਥਾ ਮਰਕਟੈ। ਅਨਕ ਸਾਸਨ ਤਾੜੰਤ ਜਮਦੂਤੈ, ਤਪ ਸੰਗੇ ਅਦਮੰ ਨਰਾ। ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ, ਸਰਬ ਜੀ ਰੱਖਿਆ ਕਰੋਧ। ਪੰਨਾ 1358। ਅਰਥ, ਹੇ ਝਗੜੇ ਦੇ ਮੁੱਢ ਕ੍ਰੋਧ, ਤੇਰੇ ਅੰਦਰ ਕਦੇ ਦਇਆ ਨਹੀਂ ਉਪਜਦੀ। ਤੂੰ ਵਿਕਾਰੀ ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ। ਤੇਰੇ ਵੱਸ ਵਿੱਚ ਆਇਆ ਜੀਵ ਇਉਂ ਨੱਚਦਾ ਹੈ ਜਿਵੇਂ ਬਾਂਦਰ ਤੇਰੀ ਸੰਗਤ ਵਿੱਚ ਨੀਚ ਸੁਭਾਅ ਵਾਲੇ ਬਣ ਜਾਂਦੇ ਹਨ। ਜਮਦੂਤ ਉਹਨਾਂ ਨੂੰ ਅਨੇਕਾਂ ਹੁਕਮ ਦੇ ਦੰਡ ਦਿੰਦੇ ਹਨ। ਇਹ ਨਾਨਕ, ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਦਿਆਲੂ ਪ੍ਰਭੂ ਹੀ ਇਸ ਕ੍ਰੋਧ ਤੋਂ ਸਭ ਜੀਵਾਂ ਦੀ ਰੱਖਿਆ ਕਰਦਾ ਹੈ, ਹੋਰ ਕੋਈ ਨਹੀਂ ਕਰ ਸਕਦਾ। ਰੱਬ ਤੋਂ ਟੁੱਟੇ ਅਜਿਹੇ ਕ੍ਰੋਧੀ ਮਨੁੱਖ ਤੋਂ ਸਤਿਗੁਰਾਂ ਨੇ ਸਦਾ ਦੂਰ ਰਹਿਣ ਦਾ ਫਰਮਾਨ ਕੀਤਾ। ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ, ਸੇ ਭਾਗਹੀਣ ਵਸ ਕਾਲ। ਹੋਏ ਫਿਰ ਜੋਨ ਭਵਾਈਆਂ, ਵਿੱਚ ਵਿਸ਼ਟਾ ਕਰ ਵਿਕਰਾਲ। ਉਹਨਾਂ ਪਾਸ ਦੁਆਸ ਨਾ ਪਿਟੀਐ, ਜਿਨ ਅੰਤਰ ਕ੍ਰੋਧ ਚੰਡਾਲ। ਪੰਨਾ 40। ਅਰਥ, ਪਰ ਜਿਨ੍ਹਾਂ ਮਨੁੱਖਾਂ ਨੂੰ ਅਕਾਲ ਪੁਰਖ ਦਾ ਰੂਪ ਸਤਿਗੁਰੂ ਕਦੇ ਨਹੀਂ ਮਿਲਿਆ, ਉਹ ਮੰਦਭਾਗੀ ਹਨ। ਉਹ ਆਤਮਕ ਮੌਤ ਦੇ ਵਸ ਵਿੱਚ ਰਹਿੰਦੇ ਹਨ। ਉਹ ਵਿਕਾਰਾਂ ਦੇ ਗੰਧ ਵਿੱਚ ਪਏ ਰਹਿਣ ਦੇ ਕਾਰਨ ਭਿਆਨਕ ਆਤਮਕ ਜੀਵਨ ਵਾਲੇ ਬਣਾ ਕੇ ਮੁੜ ਜਨਮ ਮਰਨ ਦੇ ਗੇੜ ਵਿੱਚ ਪਾਏ ਜਾਂਦੇ ਹਨ। ਇਹ ਭਾਈ ਨਾਮ ਤੋਂ ਸਖਣੇ, ਜਿਨ੍ਹਾਂ ਮਨੁੱਖਾਂ ਦੇ ਅੰਦਰ ਚੰਡਾਲ ਕ੍ਰੋਧ ਵਸਦਾ ਰਹਿੰਦਾ ਹੈ, ਉਹਨਾਂ ਦੇ ਕਦੇ ਨੇੜੇ ਨਹੀਂ ਟੁਕਣਾ ਚਾਹੀਦਾ। ਪਿੱਛੇ ਅਸੀਂ ਕਈ ਥਾਈਂ ਵਿਚਾਰ ਆਏ ਹਾਂ ਕਿ ਹਉਮੈ ਅਥਵਾ ਹੰਕਾਰ ਦਾ ਨਾਮ ਨਾਲ ਵੈਰ ਹੈ। ਇਉਂ ਹੀ ਸਤਿਗੁਰਾਂ ਨੇ ਕ੍ਰੋਧ ਨੂੰ ਅਜਿਹੀ ਬਲਾ ਭਾਵ ਬੜੀ ਤਕੜੀ ਆਫਤ ਫਰਮਾਨ ਕੀਤਾ ਹੈ, ਜੋ ਮਨੁੱਖ ਨੂੰ ਸਤਿਗੁਰ ਜੀ ਦੀ ਸ਼ਰਨ ਵੀ ਨਹੀਂ ਪੈਣ ਦਿੰਦੀ। ਇਹ ਹਾਰਸ ਵਣ ਤਿਣ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੇ ਨਾ ਪਵੈ, ਮਨ ਮੁਖ ਰਹੇ ਬਿਲ ਲਾਏ। ਉਹ ਸਤਿਗੁਰ ਆਗੇ ਨਾ ਨਿਵੇਂ, ਉਹਨਾਂ ਅੰਤਰ ਕ੍ਰੋਧ ਬਲਾਏ। ਪੰਨਾ 41।
ਅਰਥ ਜਿਵੇਂ ਜਲ ਸਾਰੀ ਬਨਸਪਤੀ ਨੂੰ ਹਰਿਆਵਲ ਦੇਣ ਵਾਲਾ ਹੈ, ਤਿਵੇਂ ਪਰਮਾਤਮਾ ਦਾ ਇਹ ਨਾਮ ਰਸ ਵਣ ਤ੍ਰਿਣ ਵਿੱਚ ਹਰ ਥਾਂ ਮੌਜੂਦ ਹੈ ਤੇ ਸਾਰੀ ਸ੍ਰਿਸ਼ਟੀ ਦੀ ਜਿੰਦ ਦਾ ਆਸਰਾ ਹੈ। ਪਰ ਮੰਦੇ ਭਾਗਾਂ ਵਾਲੀ ਜੀਵ ਇਸਤਰੀ ਇਸ ਨਾਮ ਰਸ ਨੂੰ ਨਹੀਂ ਚੱਖਦੀ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਇਹ ਨਾਮ ਰਸ ਪ੍ਰਾਪਤ ਨਹੀਂ ਹੁੰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨਾਮ ਰਸ ਤੋਂ ਵਾਂਝੇ ਰਹਿ ਕੇ ਵਿਲਕਦੇ ਹੀ ਰਹਿੰਦੇ ਹਨ। ਉਹਨਾਂ ਦੇ ਅੰਦਰ ਕ੍ਰੋਧ ਆਫਤ ਟਿਕੀ ਰਹਿੰਦੀ ਹੈ। ਉਹ ਸਤਿਗੁਰੂ ਦੇ ਅੱਗੇ ਸਿਰ ਨਹੀਂ ਨਵਾਉਂਦੇ। ਕਰਮਕਾਂਡੀ ਧਰਮੀ ਮਨੁੱਖਾਂ ਅੰਦਰ ਅਗਿਆਨਤਾ ਅਤੇ ਕ੍ਰੋਧ ਦੀ ਪ੍ਰਧਾਨਗੀ। ਤਪੱਸੀ ਕਰਕੇ ਦੇਹੀ ਸਾਧੀ ਮਨੁਆ ਦਹਿ ਦਿਸ਼ ਥਾਨਾ, ਬ੍ਰਹਮਚਾਰ ਬ੍ਰਹਮਚਜ ਕੀਨਾ, ਹਿਰਦੇ ਭਇਆ ਗੁਮਾਨਾ, ਸੰਨਿਆਸੀ ਹੋਏ ਕੈ ਤੀਰਥ ਭ੍ਰਮਿਓ, ਉਸ ਮੈਂ ਕ੍ਰੋਧ ਬੇਗਾਨਾ। ਪੰਨਾ 1003। ਅਰਥ ਕੋਈ ਤਪਸਵੀ ਤਪ ਕਰਕੇ ਨਿਰੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ। ਮਨ ਉਸ ਦਾ ਵੀ ਦਸੀਂ ਪਾਸੀਂ ਦੌੜ ਰਿਹਾ ਹੈ। ਕਿਸੇ ਬ੍ਰਹਮਚਾਰੀ ਨੇ ਕਾਮ ਵਾਸਨਾ ਰੋਕਣ ਦਾ ਅਭਿਆਸ ਕਰ ਲਿਆ। ਕੋਈ ਸੰਨਿਆਸੀ ਬਣ ਕੇ ਹਰੇਕ ਤੀਰਥ ਉੱਤੇ ਭੌਂ ਰਿਹਾ ਹੈ। ਉਸ ਦੇ ਅੰਦਰ ਉਸ ਨੂੰ ਮੂਰਖ ਬਣਾ ਦੇਣ ਵਾਲਾ ਕ੍ਰੋਧ ਪੈਦਾ ਹੋ ਗਿਆ। ਫਰੀਦ ਸਾਹਿਬ ਦਾ ਫਰਮਾਨ ਹੈ ਕਿ ਗੁੱਸਾ ਕਾਬੂ ਵਿੱਚ ਕਰ ਲੈਣ ਨਾਲ ਕਈ ਰੋਗਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਪੰਨਾ 1382। ਅਰਥ ਹੈ ਫਰੀਦ, ਬੁਰਿਆਈ ਕਰਨ ਨਾਲ ਵੀ ਭਲਾਈ ਕਰ, ਗੁੱਸਾ ਮਨ ਵਿੱਚ ਨਾ ਆਉਣ ਦੇ। ਇਸ ਤਰ੍ਹਾਂ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ ਭਾਵ ਚੰਗਾ ਗੁਣ ਸਾਂਭਿਆ ਰਹਿੰਦਾ ਹੈ। ਪਰ ਇਹ ਕ੍ਰੋਧ ਦੂਰ ਕਿਵੇਂ ਹੋਵੇ? ਕ੍ਰੋਧ ਨਿਵਾਰ ਜਲੇ ਹੋ ਮਮਤਾ, ਪ੍ਰੇਮ ਸਦਾ ਨੌ ਰੰਗੀ, ਅਨੁਭਵ ਬਿਸਰ ਗਏ ਪ੍ਰਭ ਜਾਚਿਆ, ਹਰ ਨਿਰਮਲ ਸੰਗੀ। ਪੰਨਾ 1232। ਅਰਥ ਜਿਸ ਮਨੁੱਖ ਨੇ ਪ੍ਰਭੂ ਦੇ ਦਰ ਤੋਂ ਨਾਮ ਦਾ ਦਾਨ ਮੰਗਿਆ ਹੈ, ਪਵਿੱਤਰ ਸਰੂਪ ਪ੍ਰਭੂ ਉਸ ਦਾ ਸਦਾ ਲਈ ਸਾਥੀ ਬਣ ਗਿਆ ਹੈ। ਉਸ ਦੇ ਕ੍ਰੋਧ ਨੂੰ ਆਪਣੇ ਅੰਦਰੋਂ ਕੱਢ ਦਿੱਤਾ ਹੈ। ਉਸ ਦੀ ਹਉਮੈ ਤੇ ਅਪਣੱਤ ਸੜ ਜਾਂਦੀ ਹੈ। ਨਿਤ ਨਵਾਂ ਰਹਿਣ ਵਾਲਾ ਪ੍ਰੇਮ ਉਸ ਦੇ ਹਿਰਦੇ ਵਿੱਚ ਜਾਗ ਪੈਂਦਾ ਹੈ। ਦੋਇ ਪਰ ਜੋਰ ਰਸਾਈ ਪਾਠੀ, ਪੀਓ ਮਹਾ ਰਸ ਭਾਰੀ, ਕਾਮ ਕ੍ਰੋਧ ਦੋਏ ਕੀਏ ਜਲੇਤਾ, ਛੂਟ ਗਈ ਸੰਸਾਰੀ। ਪੰਨਾ 969। ਭਾਗ 10ਵਾਂ ਲੋਭ। ਲੋਭ ਦਾ ਅਰਥ ਹੈ ਦੂਸਰੇ ਦਾ ਪਦਾਰਥ ਆਪ ਲੈ ਲੈਣ ਦਾ ਲਾਲਚ, ਆਪਣੇ ਹੱਕ ਨਾਲੋਂ ਵੱਧ ਮਾਲ ਲੈਣ ਦੀ ਇੱਛਾ। ਗੁਰਬਾਣੀ ਵਿੱਚ ਲੋਭ ਨੂੰ ਹਲਕੇ ਕੁੱਤੇ ਨਾਲ ਤੁਲਨਾ ਦੇ ਕੇ ਫਰਮਾਨ ਕੀਤਾ ਹੈ ਕਿ ਜਿਵੇਂ ਹਲਕਾਇਆ ਕੁੱਤਾ ਦੂਜਿਆਂ ਕੁੱਤਿਆਂ ਨੂੰ ਵੱਢ ਕੇ ਉਹਨਾਂ ਨੂੰ ਵੀ ਹਲਕਾਇਆ ਕਰ ਦਿੰਦਾ ਹੈ, ਇਵੇਂ ਲੋਭੀ ਮਨੁੱਖ ਦੀ ਸੰਗਤ ਦੂਜਿਆਂ ਨੂੰ ਵੀ ਲੋਭੀ ਬਣਾਉਂਦੀ ਹੈ। ਲੋਭ ਲਹਿਰ ਸਭ ਸੁਆਨ ਹਲਕ ਹੈ, ਹਲਕਿਓ ਸਭੇ ਬਿਗਾਰੇ। ਪੰਨਾ 983। ਅਥਵਾ ਅੰਤਰ ਲੋਭ ਫਿਰੇ ਹਲਕਾਏ, ਨਿੰਦਾ ਕਰੇ ਸਿਰ ਭਾਰ ਉਠਾਏ। ਪੰਨਾ 372। ਲੋਭ ਦੀ ਲਹਿਰ ਮਨੁੱਖ ਦੀ ਮਤ ਮਲੀਨ ਕਰ ਦਿੰਦੀ ਹੈ, ਜਿਸ ਤੋਂ ਲੋਭੀ ਮਨੁੱਖ ਦਾ ਮਨ ਸਦਾ ਸਿਰ ਪ੍ਰਭੂ ਨਾਲ ਪ੍ਰੀਤ ਨਹੀਂ ਪਾ ਸਕਦਾ। ਲੋਭ ਲਹਿਰ ਸੁਧ ਮਤ ਗਈ, ਸੱਚ ਨਾ ਲੱਗੇ ਪਿਆਰ। ਪੰਨਾ 1250। ਝਰਨੇ ਵਾਂਗ ਲਗਾਤਾਰ ਵਗਦੀਆਂ ਲੋਭ ਦੀਆਂ ਲਹਿਰਾਂ ਏਡੀਆਂ ਪ੍ਰਬਲ ਹੁੰਦੀਆਂ ਹਨ ਕਿ ਮਨੁੱਖ ਦਾ ਜੀਵਨ ਉਸ ਵਿੱਚ ਗਰਕ ਹੋ ਕੇ ਤਬਾਹ ਹੋ ਜਾਂਦਾ ਹੈ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੇ ਕੇਸਵਾ। ਪੰਨਾ 1196। ਇਵੇਂ ਹੀ ਮੋਹ ਲੋਭ ਡੂਬੋ ਸੰਸਾਰ। ਪੰਨਾ 1192। ਮਾਇਆ ਦੇ ਮੋਹ ਵਿੱਚ ਫਸੇ ਮਨੁੱਖ ਦੀ ਹਾਲਤ ਸਤਿਗੁਰਾਂ ਨੇ ਇਉਂ ਲਿਖੀ ਹੈ। ਲਾਲਚ ਝੂਠ ਬੇਕਾਰ ਮੋਹ, ਵਿਆਪਤ ਮੂੜੇ ਅੰਧ, ਲਾਗ ਪਰੇ ਦੁਰਗੰਧ ਸਿਉ, ਨਾਨਕ ਮਾਇਆ ਫੰਦ। ਪੰਨਾ 252। ਅਰਥ ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਵਿੱਚ ਫਸ ਜਾਂਦੇ ਹਨ, ਉਹਨਾਂ ਗਿਆਨਹੀਨ ਮੂਰਖਾਂ ਉੱਤੇ ਲਾਲਚ ਝੂਠ ਵਿਕਾਰ ਮੋਹ ਆਦਿਕ ਜ਼ੋਰ ਪਾ ਲੈਂਦੇ ਹਨ ਤੇ ਉਹ ਮੰਦੇ ਕੰਮਾਂ ਵਿੱਚ ਲੱਗੇ ਰਹਿੰਦੇ ਹਨ। ਲੋਭ ਗ੍ਰਸੇ ਮਨੁੱਖ ਨੂੰ ਮਾਤਾ ਪਿਤਾ ਭਰਾ ਮਿੱਤਰ ਇੱਥੋਂ ਤੱਕ ਕਿ ਗੁਰੂ ਪਰਮੇਸ਼ਰ ਦੀ ਵੀ ਕੋਈ ਸ਼ਰਮ ਨਹੀਂ ਹੁੰਦੀ। ਪੰਚਮ ਸਤਿਗੁਰਾਂ ਦਾ ਫਰਮਾਨ ਹੈ, ਇਹ ਲੋਭਾ ਲੰਪਟ ਸੰਗ ਸਿਰ ਮੋਰਾ, ਅਨਕ ਲਹਿਰੀ ਕਲੋਲ ਤੇ, ਤਵੰਤ ਜੀਆਂ ਬਹੁ ਪ੍ਰਕਾਰੰ, ਅਨਕ ਭਾਂਤ ਬਹੁ ਡੋਲਤੇ, ਨਚ ਮਿੱਤਰੰ ਨਚ ਇਸ਼ਟੰ, ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜੈ, ਅਕਰਣੰ ਕਰੋਤ ਆਖਾਦੇ ਖਾਦ, ਅਸਾਜੰ ਸਾਜ ਸਮਝੈ, ਤ੍ਰਾਹ ਤ੍ਰਾਹ ਸ਼ਰਨ ਸੁਆਮੀ, ਵਿਆਪਤੰ ਨਾਨਕ ਹਰ ਨਰ ਹਰਾ।
ਪੰਨਾ 1358। ਅਰਥ, ਹੇ ਲੋਭ, ਮੁਖੀ ਬੰਦੇ ਵੀ ਤੇਰੀ ਸੰਗਤ ਵਿੱਚ ਰਹਿ ਕੇ ਵਿਕਾਰਾਂ ਵਿੱਚ ਡੁੱਬ ਜਾਂਦੇ ਹਨ। ਤੇਰੀਆਂ ਲਹਿਰਾਂ ਵਿੱਚ ਫਸ ਕੇ ਅਨੇਕਾਂ ਕਲੋਲ ਕਰਦੇ ਹਨ। ਤੇਰੇ ਵਸ ਵਿੱਚ ਆਏ ਹੋਏ ਜੀਵ ਕਈ ਤਰ੍ਹਾਂ ਭਟਕਦੇ ਫਿਰਦੇ ਹਨ, ਅਨੇਕਾਂ ਤਰੀਕਿਆਂ ਨਾਲ ਡੋਲਦੇ ਹਨ। ਤੇਰੇ ਅਸਰ ਹੇਠ ਰਹਿਣ ਕਰਕੇ ਉਹਨਾਂ ਨੂੰ ਨਾ ਕਿਸੇ ਮਿੱਤਰ ਦੀ, ਨਾ ਗੁਰੂ ਪੀਰ ਦੀ, ਨਾ ਸੰਬੰਧੀਆਂ ਦੀ ਅਤੇ ਨਾ ਹੀ ਮਾਂ ਪਿਓ ਦੀ ਕੋਈ ਸ਼ਰਮ ਰਹਿੰਦੀ ਹੈ। ਤੇਰੇ ਪ੍ਰਭਾਵ ਨਾਲ ਜੀਵ ਖੁੱਲ੍ਹੇ ਤੌਰ 'ਤੇ ਸਮਾਜ ਵਿੱਚ ਉਹ ਕੰਮ ਕਰਦਾ ਹੈ ਜੋ ਨਹੀਂ ਕਰਨੇ ਚਾਹੀਦੇ, ਉਹ ਚੀਜ਼ਾਂ ਖਾਂਦਾ ਹੈ ਜੋ ਨਹੀਂ ਖਾਣੀਆਂ ਚਾਹੀਦੀਆਂ, ਉਹ ਗੱਲਾਂ ਸ਼ੁਰੂ ਕਰ ਦਿੰਦਾ ਹੈ ਜੋ ਨਹੀਂ ਕਰਨੀਆਂ ਚਾਹੀਦੀਆਂ। ਹੇ ਨਾਨਕ, ਲੋਭ ਤੋਂ ਬਚਣ ਲਈ ਇਉਂ ਅਰਦਾਸ ਕਰ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਨੂੰ ਇਸ ਤੋਂ ਬਚਾ ਲੈ। ਜੇ ਕੋ ਐਸਾ ਸੰਜਮੀ ਹੋਏ, ਕਿਰਿਆ ਵਸੇਖ ਪੂਜਾ ਕਰੇ, ਅੰਤਰ ਲੋਭ ਮਨ ਵਿਖਿਆ ਮਾਹੇ, ਓਏ ਨਿਰੰਜਨ ਕੈਸੇ ਪਾਹੇ। ਪੰਨਾ 1169। ਅਰਥ, ਜੇ ਕੋਈ ਅਜਿਹਾ ਬੰਦਾ ਵੀ ਹੋਵੇ ਜੋ ਆਪਣੇ ਇੰਦਰੀਆਂ ਨੂੰ ਵਸ ਕਰਨ ਦੇ ਯਤਨ ਕਰਦਾ ਹੋਵੇ, ਕਿਸੇ ਉਚੇਚੀ ਕਿਸਮ ਦੀ ਕਿਰਿਆ ਕਰਦਾ ਹੋਵੇ, ਦੇਵ ਪੂਜਾ ਵੀ ਕਰਦਾ ਹੈ, ਪਰ ਜੇ ਉਸ ਦੇ ਅੰਦਰ ਲੋਭ ਹੈ, ਜੇ ਉਸ ਦਾ ਮਨ ਮਾਇਆ ਦੇ ਮੂੰਹ ਵਿੱਚ ਫਸਿਆ ਹੈ, ਤਾਂ ਅਜਿਹੇ ਬੰਦੇ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ। ਅੰਤਰ ਲੋਭ ਮਨ ਮੈਲੇ ਮਨ ਲਾਏ, ਮੈਲੇ ਕਰਮ ਕਰੇ ਦੁੱਖ ਪਾਏ, ਕੂੜੋ ਕੂੜ ਕਰੇ ਵਪਾਰਾ, ਕੂੜ ਬੋਲ ਦੁੱਖ ਪਾਏਂਦਾ। ਪੰਨਾ 1062। ਅਰਥ, ਜਿਸ ਮਨੁੱਖ ਦੇ ਅੰਦਰ ਮਾਇਆ ਦਾ ਲਾਲਚ ਟਿਕਿਆ ਰਹਿੰਦਾ ਹੈ, ਉਸ ਦਾ ਮਨ ਹਰ ਵੇਲੇ ਮੈਲਾ ਰਹਿੰਦਾ ਹੈ। ਮੈਲੇ ਮਨ ਦੇ ਕਾਰਨੋਂ ਮਨੁੱਖ ਲਾਲਚ ਵੀ ਵੱਧ ਮੈਲ ਵਿੱਚ ਲਿਬੜਦਾ ਰਹਿੰਦਾ ਹੈ। ਲਾਲਚੀ ਮਨ ਨਾਲ ਮੈਲੇ ਕਰਮ ਹੀ ਕਰਦਾ ਹੈ ਅਤੇ ਆਤਮਿਕ ਦੁੱਖ ਪਾਉਂਦਾ ਹੈ। ਸਦਾ ਨਾਸ਼ਵੰਤ ਪਦਾਰਥਾਂ ਦੇ ਕਮਾਉਣ ਲਈ ਝੂਠ ਬੋਲ ਬੋਲ ਕੇ ਦੁੱਖ ਪਾਉਂਦਾ ਹੈ। ਫਰੀਦਾ ਜਾਂ ਲੱਭ ਤਾਂ ਨਹੀਂ ਕਿਹਾ, ਲੱਭ ਤਾਂ ਕੂੜਾ ਨੇ, ਕਿੱਚਰ ਝੱਤ ਲੰਘਾਈਐ, ਛੱਪਰ ਟੁੱਟੈ ਮੇ। ਪੰਨਾ 1378। ਅਰਥ, ਹੈ ਫਰੀਦ, ਜੇ ਰੱਬ ਦੀ ਬੰਦਗੀ ਕਰਦਿਆਂ ਐਵਜ਼ਾਨੇ ਵਜੋਂ ਕੋਈ ਦੁਨੀਆ ਦਾ ਲਾਲਚ ਹੈ, ਤਾਂ ਰੱਬ ਨਾਲ ਅਸਲ ਪਿਆਰ ਨਹੀਂ ਹੈ। ਜਦ ਤੱਕ ਲਾਲਚ ਹੈ, ਤਦ ਤੱਕ ਪਿਆਰ ਝੂਠਾ ਹੈ। ਟੁੱਟੇ ਹੋਏ ਛੱਪਰ ਉੱਤੇ ਮੀਂਹ ਪੈਂਦਿਆਂ ਕਦ ਤਾਈਂ ਸਮਾਂ ਨਿਕਲ ਸਕੇਗਾ, ਭਾਵ ਜਦੋਂ ਦੁਨਿਆਵੀ ਗਰਜ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ। ਕਬੀਰ, ਜਹਾਂ ਗਿਆਨ ਤੈਂ ਧਰਮ ਹੈ, ਜਹਾਂ ਝੂਠ ਤੈਂ ਪਾਪ, ਜਹਾਂ ਲੋਭ ਤੈਂ ਕਾਲ ਹੈ, ਜਹਾਂ ਖਿਮਾ ਤੈਂ ਆਪ। ਪੰਨਾ 1372। ਮਾਇਆ ਦਾ ਲੋਭ ਮਨੁੱਖ ਲਈ ਆਤਮਿਕ ਮੌਤ ਲਿਆਉਣ ਦਾ ਕਾਰਨ ਬਣਦਾ ਹੈ। ਭਾਗ 11ਵਾਂ। ਲੋਭੀ। ਜਿਉਂ ਕੁਕਰ ਹਰਕਾਇਆ, ਧਾਵੈ ਦਹਿ ਦਿਸ਼ ਜਾਏ, ਲੋਭੀ ਜੰਤ ਨ ਜਾਣਈ, ਭਖ ਅਭਖ ਸਭ ਖਾਏ, ਕਾਮ ਕ੍ਰੋਧ ਮਦ ਵਿਆਪਿਆ, ਫਿਰ ਜੂਨੀ ਪਾਏ। ਪੰਨਾ 50। ਅਰਥ, ਜਿਵੇਂ ਹਲਕਾਇਆ ਕੁੱਤਾ ਹਰ ਪਾਸੇ ਵੱਲ ਦੌੜਿਆ ਫਿਰਦਾ ਹੈ, ਤਿਵੇਂ ਲੋਭੀ ਜੀਵ ਨੂੰ ਵੀ ਕੁਝ ਨਹੀਂ ਸੁੱਝਦਾ, ਚੰਗੀ ਮੰਦੀ ਚੀਜ਼ ਖਾ ਲੈਂਦਾ ਹੈ। ਕਾਮ ਦੇ ਅਥਵਾ ਕ੍ਰੋਧ ਦੇ ਨਸ਼ੇ ਵਿੱਚ ਫਸਿਆ ਹੋਇਆ ਮਨੁੱਖ ਮੁੜ ਮੁੜ ਜੂਨਾਂ ਵਿੱਚ ਪੈਂਦਾ ਰਹਿੰਦਾ ਹੈ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਰਾਜ ਮਾਲ ਝੂਠੀ ਸਭ ਮਾਇਆ, ਲੋਭੀ ਨਰ ਰਹੇ ਲਪਟਾਏ, ਹਰ ਕੇ ਨਾਮ ਬਿਨ ਦਰਗਾਹ ਮਿਲੇ ਸਜਾਏ। ਪੰਨਾ 1155। ਅਰਥ, ਹੈ ਭਾਈ, ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਖਜ਼ਾਨਾ ਪੱਕਾ ਕਰ ਦਿੱਤਾ, ਉਸ ਨੂੰ ਦਿਸ ਪੈਂਦਾ ਹੈ ਕਿ ਦੁਨੀਆ ਦਾ ਰਾਜ ਮਾਲ ਤੇ ਸਾਰੀ ਮਾਇਆ ਇਹ ਸਭ ਕੁਝ ਨਾਸ਼ਵੰਤ ਹੈ, ਪਰ ਲਾਲਚੀ ਬੰਦੇ ਸਦਾ ਇਸ ਨਾਲ ਚਿੰਬੜੇ ਰਹਿੰਦੇ ਹਨ। ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਸਜ਼ਾ ਮਿਲਦੀ ਹੈ। ਨਰ ਨਿੰਦਕ ਲੋਭੀ ਮਨ ਕਠੋਰ, ਗੁਰਸੇਵ ਨ ਭਾਈ ਸੇ ਚੋਰ ਚੋਰ। ਪੰਨਾ 1170। ਅਰਥ, ਜਿਹੜੇ ਬੰਦੇ ਦੂਜਿਆਂ ਦੀ ਨਿੰਦਿਆ ਕਰਦੇ ਹਨ, ਮਾਇਆ ਦੇ ਲੋਭ ਵਿੱਚ ਫਸੇ ਰਹਿੰਦੇ ਹਨ ਤੇ ਮਨੋ ਕਠੋਰ ਹਨ, ਜਿਨ੍ਹਾਂ ਦੇ ਮਨ ਦੂਜਿਆਂ ਦੇ ਦੁੱਖ ਵੇਖ ਕੇ ਦਰਵੇ ਨਹੀਂ ਹਨ, ਉਹਨਾਂ ਨੂੰ ਗੁਰੂ ਦੀ ਦੱਸੀ ਸੇਵਾ ਚੰਗੀ ਨਹੀਂ ਲੱਗਦੀ। ਉਹ ਮਹਾਂ ਚੋਰ ਹਨ, ਉਹਨਾਂ ਦਾ ਜੀਵਨ ਚੋਰਾਂ ਦੇ ਜੀਵਨ ਵਰਗਾ ਹੈ। ਜਾਨਤ ਦੂਰ ਤੁਮੇ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੇਖੈ, ਆਵੇ ਲੋਭੀ ਫੇਰ ਰਹਾਉ। ਪੰਨਾ 680। ਅਰਥ, ਹੈ ਪ੍ਰਭੂ, ਤੂੰ ਸਭ ਜੀਵਾਂ ਦੇ ਨੇੜੇ ਵਸਦਾ ਹੈ, ਪਰ ਲਾਲਚੀ ਪਖੰਡੀ ਮਨੁੱਖ ਤੈਨੂੰ ਦੂਰ ਵਸਦਾ ਸਮਝਦਾ ਹੈ। ਲਾਲਚੀ ਮਨੁੱਖ ਲਾਲਚ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ, ਮਾਇਆ ਦੀ ਖਾਤਰ ਉਧਰ ਤੱਕਦਾ ਹੈ, ਉਧਰ ਤੋਂ ਉਧਰ ਤੱਕਦਾ ਹੈ, ਉਸ ਦਾ ਮਨ ਟਿਕਦਾ ਨਹੀਂ।
ਲੋਭੀ ਮਨੁੱਖ ਪਰਲੇ ਦਰਜੇ ਦਾ ਬੇਇਤਬਾਰਾ ਹੁੰਦਾ ਹੈ। ਗੁਰਦੇਵ ਜੀ ਦਾ ਫਰਮਾਨ ਹੈ ਕਿ ਜਿੱਥੋਂ ਤੱਕ ਵੱਸ ਚੱਲੇ ਲੋਭੀ ਮਨੁੱਖ ਦਾ ਕਦੇ ਵਿਸਾਹ ਨਾ ਕਰੋ। ਲੋਭੀ ਕਾ ਵਿਸਾਹ ਨਾ ਕੀਜੈ, ਜੇਕਾ ਪਾਰ ਵਸਾਏ, ਅੰਤ ਕਾਲ ਤਿੱਥੇ ਤੋ ਹੈ, ਜਿੱਥੇ ਹੱਥ ਨਾ ਪਾਏ। ਮਨਮੁਖ ਸੇਤੀ ਸੰਗ ਕਰੇ, ਮੂੰਹ ਕਾਲਖ ਦਾਗ ਲਗਾਏ। ਮੂੰਹ ਕਾਲੇ ਤਿਨ ਲੋਭੀਆਂ, ਜਾਸਨ ਜਨਮ ਗਵਾਏ। ਸਤ ਸੰਗਤ ਹਰ ਮੇਲ ਪ੍ਰਭ, ਹਰ ਨਾਮ ਵਸੇ ਮਨ ਆਏ। ਜਨਮ ਮਰਨ ਕੀ ਮਲ ਉਤਰੈ, ਜਨ ਨਾਨਕ ਹਰ ਗੁਣ ਗਾਏ। ਪੰਨਾ 1417। ਅਰਥ, ਇਹ ਭਾਈ ਜਿੱਥੋਂ ਤੱਕ ਹੋ ਸਕੇ ਕਿਸੇ ਲਾਲਚੀ ਮਨੁੱਖ ਦਾ ਇਤਬਾਰ ਨਹੀਂ ਕਰਨਾ ਚਾਹੀਦਾ। ਲਾਲਚੀ ਮਨੁੱਖ ਆਖਰ ਉਸ ਥਾਂ ਧੋਖਾ ਦੇ ਜਾਂਦਾ ਹੈ ਜਿੱਥੇ ਕੋਈ ਮਦਦ ਨਾ ਕਰ ਸਕੇ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਾਲ ਜਿਹੜਾ ਮਨੁੱਖ ਸਾਥ ਬਣਾਈ ਰੱਖਦਾ ਹੈ, ਉਹ ਵੀ ਆਪਣੇ ਮੂੰਹ ਉੱਤੇ ਬਦਨਾਮੀ ਦੀ ਕਾਲ ਖਿਲਾਉਂਦਾ ਹੈ, ਬਦਨਾਮੀ ਦਾ ਦਾਗ ਲਾਉਂਦਾ ਹੈ। ਉਹਨਾਂ ਲਾਲਚੀ ਮਨੁੱਖਾਂ ਦੇ ਮੂੰਹ ਬਦਨਾਮੀ ਦੀ ਕਾਲਖ ਨਾਲ ਕਾਲੇ ਹੋਏ ਰਹਿੰਦੇ ਹਨ। ਉਹ ਮਨੁੱਖਾ ਜਨਮ ਵਿਅਰਥ ਗਵਾ ਕੇ ਜਗਤ ਤੋਂ ਜਾਂਦੇ ਹਨ। ਹੇ ਪ੍ਰਭੂ, ਆਪਣੀ ਸਾਧ ਸੰਗਤ ਵਿੱਚ ਮਲਾਈ ਰੱਖ। ਸਾਧ ਸੰਗਤ ਵਿੱਚ ਰਿਹਾ ਹੀ ਹਰ ਨਾਮ ਧਨ ਮਨ ਵਿੱਚ ਵਸ ਸਕਦਾ ਹੈ ਅਤੇ ਹੇ ਨਾਨਕ, ਪਰਮਾਤਮਾ ਦੇ ਗੁਣ ਗਾ ਗਾ ਕੇ ਜਨਮ ਮਰਨ ਦੀ ਵਿਕਾਰਾਂ ਦੀ ਮੈਲ ਮਨ ਤੋਂ ਲੈ ਜਾਂਦੀ ਹੈ। ਪ੍ਰਭੂ ਦੀ ਯਾਦ ਵਿੱਚ ਜੁੜਨ ਦੀ ਤਾਂਘ ਵੀ ਉਵੇਂ ਹੀ ਹੋਣੀ ਚਾਹੀਦੀ ਹੈ ਜਿਵੇਂ ਲੋਭੀ ਨੂੰ ਮਾਇਆ ਦਾ ਲੋਭ ਹੁੰਦਾ ਹੈ। ਲੋਭੀ ਆਨੰਦ ਕਰੇ ਪੇਖ ਤਨਾ, ਜਨ ਚਰਨ ਕਮਲ ਸਿਉ ਲਾਗੋ ਮਨਾ। ਪੰਨਾ 198। ਜਲ ਪੀਵਤ ਜੋ ਤਿਖਾ ਮਿਟੰਤ, ਧਨ ਬਿਗਸੈ ਗ੍ਰਹਿ ਆਵਤ ਕੰਤ। ਲੋਭੀ ਕਾ ਧਨ ਪ੍ਰਾਣ ਆਧਾਰ, ਤਿਉ ਹਰ ਜਨ ਹਰ ਹਰ ਨਾਮ ਪਿਆਰ। ਪੰਨਾ 914। ਜੈਸੀ ਪਰ ਪੁਰਖਾ ਰਤ ਨਾਰੀ, ਲੋਭੀ ਨਾਲ ਧਨ ਕਾ ਹਿਤਕਾਰੀ। ਕਾਮੀ ਪੁਰਖ ਕਾਮਣੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਪੰਨਾ 1164। ਅਰਥ, ਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ, ਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ, ਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤਰੀ ਚੰਗੀ ਲੱਗਦੀ ਹੈ, ਤਿਵੇਂ ਨਾਮੇ ਨੂੰ ਪਰਮਾਤਮਾ ਮਿੱਠਾ ਲੱਗਦਾ ਹੈ। ਮਨੁੱਖ ਨੂੰ ਗਿਆਨ ਦੀ ਬਖਸ਼ਿਸ਼ ਕਰਨ ਦਾ ਪਿਆਰਾ ਢੰਗ। ਬਿਰਥਾ ਕਹੂੰ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ। ਆਸਾ ਲਾਗਿਓ ਧਨ ਕੀ, ਰਹਾਉ। ਪੰਨਾ 411। ਅਰਥ, ਹੈ ਭਾਈ, ਮੈਂ ਇਸ ਮਨੁੱਖੀ ਮਨ ਦੀ ਭੈੜੀ ਹਾਲਤ ਕਿਸ ਨੂੰ ਦੱਸਾਂ। ਹਰੇਕ ਮਨੁੱਖ ਦਾ ਇਹੀ ਹਾਲ ਹੈ। ਲੋਭ ਵਿੱਚ ਫਸਿਆ ਹੋਇਆ ਇਹ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ। ਇਸ ਨੂੰ ਧਨ ਜੋੜਨ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ। ਮਨ ਮੇਰਾ ਦਿਆਲ ਸੇਤੀ ਥਿਰ ਨ ਰਹੈ, ਲੋਭੀ ਕਪਟੀ ਪਾਪੀ ਪਖੰਡੀ, ਮਾਇਆ ਅਦਕ ਲਗੈ। ਪੰਨਾ 359। ਅਰਥ, ਮੇਰਾ ਮਨ ਦਿਆਲ ਪਰਮਾਤਮਾ ਦੀ ਯਾਦ ਵਿੱਚ ਜੁੜਦਾ ਨਹੀਂ ਹੈ। ਇਸ ਉੱਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ। ਇਹ ਲੋਭੀ ਕਪਟੀ ਪਾਪੀ ਪਖੰਡੀ ਬਣਿਆ ਪਿਆ ਹੈ। ਕਬਹੂ ਜੀੜਾ ਉਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀੜਾ ਥਿਰ ਨਾ ਰਹਿਤਾ ਹੈ, ਚਾਰੇ ਕੁੰਡਾਂ ਭਾਲੇ। ਪੰਨਾ 876। ਅਰਥ, ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿੱਚ ਫਸ ਜਾਂਦਾ ਹੈ। ਕਦੇ ਜਦੋਂ ਮਾਇਆ ਮਿਲਦੀ ਹੈ ਜੀਵ ਬੜਾ ਹੀ ਖੁਸ਼ ਹੁੰਦਾ ਹੈ, ਮਾਨੋ ਆਕਾਸ਼ ਵਿੱਚ ਜਾ ਚੜ੍ਹਦਾ ਹੈ। ਕਦੇ ਜਦੋਂ ਮਾਇਆ ਦੀ ਥੋੜ ਹੋ ਜਾਂਦੀ ਹੈ ਤਾਂ ਬਹੁਤ ਡਾਵਾਂਡੋਲ ਹੋ ਜਾਂਦਾ ਹੈ, ਮਾਨੋ ਪਤਾਲ ਵਿੱਚ ਜਾ ਡਿੱਗਦਾ ਹੈ। ਲੋਭ ਵਸ ਹੋਇਆ ਜੀਵ ਅਡੋਲ ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ ਮਾਇਆ ਦੀ ਭਾਲ ਕਰਦਾ ਫਿਰਦਾ ਹੈ। ਲੋਭ ਇੱਕ ਵੱਡਾ ਗੁਣ। ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ। ਐਸਾ ਮੀਤ ਕਰੋ ਸਭ ਕੋਏ, ਜਾਤੇ ਬਿਰਥਾ ਕੋਏ ਨਾ ਹੋਏ। ਪੰਨਾ 195। ਅਰਥ, ਹੈ ਭਾਈ, ਹਰੇਕ ਮਨੁੱਖ ਇਹੋ ਜਿਹੋ ਜਿਹੇ ਪ੍ਰਭੂ ਨੂੰ ਮਿੱਤਰ ਬਣਾਓ ਜਿਸ ਦੇ ਦਰ ਤੋਂ ਕੋ ਖਾਲੀ ਨਹੀਂ ਰਹਿੰਦਾ। ਇਹ ਭਾਈ ਵੇਖੋ ਗੋਬਿੰਦ ਦੀ ਉਦਾਰਤਾ। ਭਾਵੇਂ ਕੋਈ ਮਨੁੱਖ ਆਪਣੇ ਕਿਸੇ ਲਾਲਚ ਦੀ ਖਾਤਰ ਉਸ ਨੂੰ ਮਿੱਤਰ ਬਣਾਉਂਦਾ ਹੈ, ਫਿਰ ਵੀ ਉਸ ਦੇ ਸਾਰੇ ਮਨੋਰਥ ਪੂਰੇ ਕਰ ਦਿੰਦਾ ਹੈ ਤੇ ਉਸ ਨੂੰ ਉਹ ਆਤਮਿਕ ਅਵਸਥਾ ਵੀ ਦੇ ਦਿੰਦਾ ਹੈ ਜਿੱਥੇ ਕੋਈ ਵਾਸ਼ਨਾ ਪੋ ਨਹੀਂ ਸਕਦੀ। ਲੋਭਨ ਲੁਭਾਉਣ ਦੀ ਕਿਰਿਆ। ਰਾਜਨ ਮੈਂ ਰਾਜਾ ਉਰਜਾਇਓ, ਮਾਨਨ ਮੈਂ ਅਭਿਮਾਨੀ। ਲੋਭਨ ਮੈਂ ਲੋਭੀ ਲੋਭਾਇਓ, ਤਿਉ ਹਰ ਰੰਗ ਰਚੇ ਗਿਆਨੀ। ਪੰਨਾ 613। ਅਰਥ, ਜਿਵੇਂ ਰਾਜ ਦੇ ਕੰਮਾਂ ਵਿੱਚ ਰਾਜਾ ਮਗਨ ਰਹਿੰਦਾ ਹੈ, ਤਿਵੇਂ ਮਾਣ ਵਧਾਉਣ ਵਾਲੇ ਕੰਮਾਂ ਵਿੱਚ ਆਦਰ ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ। ਜਿਵੇਂ ਲਾਲਚੀ ਲੋਭੀ ਮਨੁੱਖ ਲਾਲਚ ਵਧਾਉਣ ਵਾਲੇ
ਆਰਾਂ ਵਿੱਚ ਫਸਿਆ ਰਹਿੰਦਾ ਹੈ, ਤਿਵੇਂ ਆਤਮਿਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਮਸਤ ਰਹਿੰਦਾ ਹੈ। ਅਵਰ ਸਭ ਮਿਥਿਆ ਲੋਭ ਲੱਭੀ, ਗੁਰ ਪੂਰੇ ਦਿਓ ਹਰ ਨਾਮਾ, ਜੀ ਕੋ ਇਹਾ ਵਸਤ ਫਬੀ। ਪੰਨਾ 497। ਅਰਥ, ਹੋਰ ਸਾਰੇ ਲੋਭ ਲਾਲਚ ਝੂਠੇ ਹਨ। ਜੇ ਕਿਸੇ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ ਤਾਂ ਇਹ ਨਾਮ ਹੀ ਉਸ ਦੀ ਜਿੰਦ ਵਾਸਤੇ ਸੁਖਾਵੀਂ ਚੀਜ਼ ਹੈ। ਭਾਗ 12ਵਾਂ। ਲੋਭ ਮੋਹ। ਲੋਭ ਅਤੇ ਮੋਹ ਦਾ ਆਪਸ ਵਿੱਚ ਬੜਾ ਨੇੜੇ ਦਾ ਰਿਸ਼ਤਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਗੁਰਬਾਣੀ ਵਿੱਚ ਲੋਭ ਦੇ ਨਾਲ ਮੋਹ ਦਾ ਜ਼ਿਕਰ ਵੀ ਬਹੁਤ ਵਾਰੀ ਆਇਆ ਹੈ। ਦ੍ਰਿਸ਼ਟ ਧਰਤ ਤਮ ਹਰਨ ਦਹਿਨ, ਅਗ ਪਾਪ ਪਰਨਾਸਨ, ਸ਼ਬਦ ਸੂਰ ਬਲਵੰਤ, ਕਾਮ ਅਰ ਕ੍ਰੋਧ ਬਿਨਾਸਨ, ਲੋਭ ਮੋਹ ਵਸ ਕਰਨ, ਸ਼ਰਨ ਜਾਚਕ ਪ੍ਰਤਪਾਲਣ, ਆਤਮ ਰਤ ਸਹਿਗ੍ਰਹਿਣ, ਕਰਨ ਅੰਮ੍ਰਿਤ ਕਲ ਢਾਲਣ, ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੇ ਸੋ ਪੈ ਤਰੈ, ਗੁਰ ਜਗਤ ਫਿਰਨ ਸੀ ਅੰਗਰੋ, ਰਾਜ ਜੋਗ ਲਹਿਣਾ ਕਰੈ। ਪੰਨਾ 1391। ਅਰਥ, ਹੈ ਗੁਰੂ ਅੰਗਦ, ਦ੍ਰਿਸ਼ਟੀ ਕਰਦਿਆਂ ਹੀ ਤੂੰ ਅਗਿਆਨ ਰੂਪ ਹਨੇਰੇ ਨੂੰ ਦੂਰ ਕਰ ਦਿੱਤਾ ਹੈ। ਤੂੰ ਪਾਪ ਸਾੜਨ ਵਾਲਾ ਹੈ ਅਤੇ ਪਾਪ ਨਾਸ਼ ਕਰਨ ਵਾਲਾ ਹੈ। ਤੂੰ ਸ਼ਬਦ ਦਾ ਰੂਪ ਹੈ ਤੇ ਬਲਵਾਨ ਹੈ। ਕਾਮ ਅਤੇ ਕ੍ਰੋਧ ਨੂੰ ਤੂੰ ਨਾਸ਼ ਕਰ ਦਿੰਦਾ ਹੈ। ਹੇ ਗੁਰੂ ਅੰਗਦ, ਤੂੰ ਲੋਭ ਤੇ ਮੋਹ ਨੂੰ ਕਾਬੂ ਕੀਤਾ ਹੋਇਆ। ਮੰਗਣ ਆਏ ਮੰਗਤਿਆਂ ਨੂੰ ਤੂੰ ਪਾਲਣ ਵਾਲਾ ਹੈ। ਤੂੰ ਆਤਮਿਕ ਪ੍ਰੇਮ ਨੂੰ ਇਕੱਠਾ ਕੀਤਾ ਹੋਇਆ। ਤੇਰੇ ਬਚਨ ਅੰਮ੍ਰਿਤ ਦੇ ਸੁੰਦਰ ਚਸ਼ਮੇ ਹਨ। ਹੇ ਕਲਸਹਾਰ, ਸਤਿਗੁਰੂ ਅੰਗਦ ਦੇਵ ਜੀ ਸ਼੍ਰੋਮਣੀ ਗੁਰੂ ਹਨ। ਜੋ ਮਨੁੱਖ ਸ਼ਰਧਾ ਧਾਰ ਕੇ ਉਹਨਾਂ ਦੀ ਚਰਨੀ ਲੱਗਦਾ ਹੈ ਉਹ ਤਰ ਜਾਂਦਾ ਹੈ। ਜਗਤ ਦਾ ਗੁਰੂ ਬਾਬਾ ਫੇਰੂ ਜੀ ਦਾ ਸੁਪੁੱਤਰ ਰਿਣ ਸਿੰਘ, ਲਹਿਣਾ ਜੀ ਰਾਜ ਅਤੇ ਜੋਗ ਮੰਨਦੇ ਹਨ। ਇਸੇ ਤਰ੍ਹਾਂ ਹੋਰ ਕਈ ਗੁਰੂ ਸ਼ਬਦ ਹਨ। ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ, ਲੋਭ ਮੋਹ ਇਹ ਪਰਸ ਨ ਸਕੈ, ਗਹੀ ਭਗਤ ਭਗਵਾਨ। ਪੰਨਾ 1186। ਕੁਸਮ ਰੰਗ ਸੰਗ ਰਸ ਰਚਿਆ, ਵਿਖਿਆ ਏਕ ਉਪਾਇਓ, ਲੋਭ ਸੁਨੇ ਮਨ ਸੁਖ ਕਰ ਮਾਨੈ, ਬੇਗ ਤਹ ਉਠ ਤਾਇਓ। ਪੰਨਾ 531। ਅਰਥ, ਹੈ ਭਾਈ, ਮਨੁੱਖ ਫੁੱਲਾਂ ਵਰਗੇ ਛਿੰਨ ਭੰਗਰ ਪਦਾਰਥਾਂ ਦੇ ਰੰਗ ਤੇ ਸਾਥ ਦੇ ਸਵਾਦ ਵਿੱਚ ਮਸਤ ਰਹਿੰਦਾ ਹੈ। ਸਦਾ ਮਾਇਆ ਰੂਪ ਜ਼ਹਿਰ ਇਕੱਠਾ ਕਰਨ ਦਾ ਹੀ ਉਪਾਅ ਕਰਦਾ ਫਿਰਦਾ ਹੈ। ਜਦੋਂ ਇਹ ਲੋਭ ਦੀ ਗੱਲ ਸੁਣਦਾ ਹੈ ਤਾਂ ਮਨ ਵਿੱਚ ਖੁਸ਼ੀ ਮਨਾਉਂਦਾ ਹੈ। ਜਿਸ ਪਾਸਿਓਂ ਕੁਝ ਪ੍ਰਾਪਤ ਹੋਣ ਦੀ ਆਸ ਹੁੰਦੀ ਹੈ ਉਧਰ ਛੇਤੀ ਉੱਠ ਦੌੜਦਾ ਹੈ। ਲੋਭ ਮੋਹ ਸਭ ਕੀਨੋਂ ਦੂਰ, ਪਰਮ ਬੈਸਨੋ ਪ੍ਰਭ ਪੇਖ ਹਜ਼ੂਰ। ਪੰਨਾ 1147। ਭਗਤਾਂ ਦਰਸ਼ ਦੇਖ ਨੈਣ ਰੰਗਾ, ਲੋਭ ਮੋਹ ਟੂਟੇ ਭ੍ਰਮ ਸੰਗਾ। ਪੰਨਾ 1206। ਲੋਭ ਮੋਹ ਬਾਂਧੀ ਦੇ, ਬਿਨ ਭਜਨ ਹੋਵਤ ਖੇ। ਪੰਨਾ 838। ਲੋਭ ਮੋਹ ਮਗਨ ਅਪਰਾਧੀ, ਕਰਨ ਹਾਰ ਕੀ ਸੇਵ ਨਾ ਸਾਧੀ। ਪੰਨਾ 740 ਅਤੇ 41। 13ਵਾਂ। ਕਿਰਪਨ ਸੋਮ ਕੰਜੂਸ। ਉਪਰੋਕਤ ਗੁਰੂ ਸ਼ਬਦ ਵਿਚਾਰ ਤੋਂ ਲੋਭ ਬਾਰੇ ਅਸਾਂ ਗੁਰਮਤ ਸਮਝੀ ਹੈ। ਕੰਜੂਸ ਬਾਰੇ ਪ੍ਰਚਲਿਤ ਹੈ ਕਿ ਉਹ ਭੁੱਖਾ ਨੰਗਾ ਰਹਿਣ ਦੇ ਦੁੱਖ ਸਹਿ ਕੇ ਵੀ ਵੱਧ ਤੋਂ ਵੱਧ ਮਾਇਆ ਜੋੜ ਲੈਣ ਨੂੰ ਆਪਣਾ ਜੀਵਨ ਮਨੋਰਥ ਸਮਝਦਾ ਹੈ। ਕੰਜੂਸ ਮਨੁੱਖ ਮਾਇਆ ਇਕੱਠੀ ਕਰਨ ਵਿੱਚ ਸਾਰੀ ਉਮਰ ਬਿਤਾ ਦਿੰਦਾ ਹੈ, ਪਰ ਉਸ ਮਾਇਆ ਤੋਂ ਨਾ ਆਪ ਕੋਈ ਸੁੱਖ ਲੈਂਦਾ ਹੈ ਤੇ ਨਾ ਹੀ ਉਸ ਮਾਇਆ ਨੂੰ ਕਿਸੇ ਦੂਜੇ ਦਾ ਹੱਥ ਲੱਗਦਾ ਵੀ ਚੱਲ ਸਕਦਾ ਹੈ। ਮਾਇਆ ਦਾ ਅਜਿਹਾ ਪੁਜਾਰੀ ਸੂਮ ਕਦੇ ਕਿਸੇ ਦੂਜੇ ਦੇ ਕੰਮ ਨਹੀਂ ਆਉਂਦਾ। ਸਤਿਗੁਰਾਂ ਦਾ ਫਰਮਾਨ ਹੈ ਕਿ ਪ੍ਰਭੂ ਦੀ ਜਾਤ ਤੋਂ ਸੱਖਣੇ ਮਨੁੱਖ ਦੇ ਸਾਰੇ ਧਰਮ ਕਰਮ ਉਵੇਂ ਹੀ ਵਿਅਰਥ ਜਾਂਦੇ ਹਨ ਜਿਵੇਂ ਸੂਮ ਦਾ ਧਨ ਉਸ ਦੇ ਕਿਸੇ ਕੰਮ ਨਹੀਂ ਆਉਂਦਾ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਪੰਨਾ 269। ਕਬੀਰ ਸਾਹਿਬ ਨੇ ਮਾਇਆ ਰੂਪ ਸੁਹਾਗਣ ਕੰਜੂਸ ਲਈ ਧੀ ਬਰਾਬਰ ਲਿਖੀ ਹੈ। ਸੁਹਾਗਣ ਕਿਰਪਨ ਕੀ ਪੂਤੀ। ਪੰਨਾ 872। ਇੱਥੇ ਅਸੀਂ ਗੁਰਮਤ ਦਾ ਕੋਈ ਵਿਸ਼ੇਸ਼ ਸਿਧਾਂਤ ਨਹੀਂ ਲਿਖ ਰਹੇ। ਪਾਠਕਾਂ ਦੀ ਜਾਣਕਾਰੀ ਲਈ ਕਿਰਪਨ ਅਥਵਾ ਬਖੀਲ ਸ਼ਬਦ ਦੀ ਵਰਤੋਂ ਵਾਲੇ ਗੁਰਬਾਣੀ ਸ਼ਬਦ ਲਿਖੇ ਹਨ। ਧਾਏ ਧਾਏ ਕਿਰਪਨ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਤ ਹੀ ਕਾਜ ਨ ਆਇਆ। ਪੰਨਾ 712। ਅਰਥ, ਜੀਵਨ ਮਨੋਰਥ ਦੀ ਸੂਝ ਤੋਂ ਬਿਨਾਂ ਮਨੁੱਖ ਇਉਂ ਹੀ ਹੈ ਜਿਵੇਂ ਕੋਈ ਸੂਮ ਦੌੜ ਭੱਜ ਕਰ ਮਿਹਨਤ ਕਰਕੇ ਮਾਇਆ ਜੋੜਦਾ ਹੈ,
ਪਰ ਉਸ ਮਾਇਆ ਨਾਲ ਉਹ ਦਾਨ ਪੁੰਨ ਨਹੀਂ ਕਰਦਾ, ਸੰਤ ਜਨਾਂ ਦੀ ਸੇਵਾ ਵੀ ਨਹੀਂ ਕਰਦਾ। ਉਹ ਧਨ ਉਸ ਦੇ ਕਿਸੇ ਵੀ ਕੰਮ ਨਹੀਂ ਆਉਂਦਾ। ਮਾਇਆ ਮੋਹ ਦਾ ਮਾਰਿਆ ਨਿਕੰਮਾ ਕੰਜੂਸ, ਮੋਹ ਕਿਰਪਨ ਕੋ ਕੋਇ ਨ ਜਾਣਤ, ਸਗਲ ਭਵਨ ਪ੍ਰਗਟਾਈ, ਸੰਗ ਬੈਠਨੋ ਕੋ ਕਹੀਂ ਨ ਪਾਵਤ, ਹੁਣ ਸਗਲ ਚਰਨ ਸੇਵਈ। ਪੰਨਾ 402। ਅਰਥ ਹੈ ਭਾਈ, ਗੁਰੂ ਦੇ ਮਿਲਾਪ ਤੋਂ ਪਹਿਲਾਂ ਮੈਨੂੰ ਨਕਾਰੇ ਨੂੰ ਕੋਈ ਨਹੀਂ ਸੀ ਜਾਣਦਾ। ਹੁਣ ਮੈਂ ਸਾਰੇ ਭਵਨਾਂ ਵਿੱਚ ਉੱਘਾ ਹੋ ਗਿਆ। ਪਹਿਲਾਂ ਮੈਨੂੰ ਕਿਸੇ ਦੇ ਕੋਲ ਬੈਠਣਾ ਨਹੀਂ ਸੀ ਮਿਲਦਾ, ਹੁਣ ਸਾਰੀ ਲੁਕਾਈ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਈ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ, ਹੋ ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀਜੈ। ਪੰਨਾ 666। ਹੇ ਪ੍ਰਭੂ, ਮੈਨੂੰ ਮਾਇਆ ਵੇੜੇ ਨੂੰ ਹੁਣ ਤੱਕ ਮਰਨ ਦੇ ਅਨੇਕਾਂ ਗੇੜ ਪੈ ਚੁੱਕੇ ਹਨ। ਹੁਣ ਤਾਂ ਮੇਰੇ ਉੱਤੇ ਕੁਝ ਮਿਹਰ ਕਰ। ਹੇ ਪ੍ਰਭੂ, ਮੇਰੇ ਉੱਤੇ ਦਇਆਵਾਨ ਹੋ, ਮੇਰੇ ਉੱਤੇ ਇਹੋ ਜਿਹੀ ਬਖਸ਼ਿਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖਸ਼। ਸਿੰਘ ਰੁਚੇ ਸਦ ਭੋਜਨ ਮਾਸ, ਰਣ ਦੇਖ ਸੂਰੇ ਚਿਤ ਉਲਾਸ, ਕਿਰਪਨ ਕੋ ਅਤ ਧਨ ਪਿਆਰ, ਹਰ ਜਨ ਕੋ ਹਰ ਹਰ ਆਧਾਰ। ਪੰਨਾ 1180। ਭਾਗ 14ਵਾਂ। ਮੋਹ। ਭਾਸ਼ਾ ਦੇ ਵਿਦਵਾਨਾਂ ਨੇ ਮੋਹ ਦੇ ਅਰਥ ਨੰਬਰ 1 ਬੇਹੋਸ਼ੀ, ਨੰਬਰ 2 ਅਗਿਆਨ, ਨੰਬਰ 3 ਸਨੇਹ ਮੁਹੱਬਤ, ਨੰਬਰ 4 ਭਰਮ ਭੁਲੇਖਾ ਤੇ ਨੰਬਰ 5 ਦੁੱਖ ਕਲੇਸ਼ ਲਿਖਿਆ ਹੈ। ਸਹਸਕ੍ਰਿਤੀ ਸ਼ਲੋਕਾਂ ਵਿੱਚ ਕਾਮ, ਕ੍ਰੋਧ, ਲੋਭ ਅਤੇ ਹੰਕਾਰ 46 ਤੋਂ 49 ਸ਼ਲੋਕਾਂ ਵਿੱਚ ਜ਼ਿਕਰ ਕੀਤਾ ਹੈ। ਪਰ ਮੋਹ ਬਾਰੇ ਪੰਚਮ ਪਾਤਸ਼ਾਹ ਜੀ ਦਾ ਫਰਮਾਨ, ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗੰਤ ਸਨੇਹੰ ਭਰਾਤ ਬਾਂਧਵਾ, ਤ੍ਰਿਗ ਸਨੇਹੰ ਬੰਤਾ ਬਿਨਾਸ ਸੁਤਾ, ਤ੍ਰਿਗ ਸਨੇਹੰ ਗਿਰਹਾਰਥ ਕਾ, ਸਾਧ ਸੰਗ ਸਨੇਹੰ ਸਤਯੰ ਸੁਖਯੰ ਬਸੰਤ ਨਾਨਕਾ। ਪੰਨਾ 1354। ਅਰਥ, ਮਾਂ ਪਿਓ ਦਾ ਮੋਹ ਤਿਆਗਣਯੋਗ ਹੈ। ਭਰਾਵਾਂ ਸੰਬੰਧੀਆਂ ਦਾ ਮੋਹ ਵੀ ਮਾੜਾ ਹੈ। ਇਸਤਰੀ ਪੁੱਤਰ ਦੇ ਮੋਹ ਦਾ ਆਨੰਦ ਵੀ ਛੱਡਣਯੋਗ ਹੈ। ਘਰ ਦੇ ਪਦਾਰਥਾਂ ਦੀ ਖਿੱਚ ਵੀ ਭੈੜੀ ਹੈ, ਕਿਉਂਕਿ ਇਹ ਸਾਰੇ ਨਾਸ਼ਵੰਤ ਹਨ ਤੇ ਇਹਨਾਂ ਦਾ ਮੋਹ ਪਿਆਰ ਸਦਾ ਕਾਇਮ ਨਹੀਂ ਰਹਿ ਸਕਦਾ। ਸਤ ਸੰਗਤ ਨਾਲ ਕੀਤਾ ਹੋਇਆ ਪਿਆਰ ਸਦਾ ਥਿਰ ਹੈ। ਇਹ ਨਾਨਕ, ਸਤ ਸੰਗਤ ਨਾਲ ਪਿਆਰ ਕਰਨ ਵਾਲਾ ਮਨੁੱਖ ਆਤਮਕ ਆਨੰਦ ਨਾਲ ਜੀਵਨ ਬਤੀਤ ਕਰਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮੋਹ ਆਪਣੇ ਆਪ ਵਿੱਚ ਮਾੜਾ ਨਹੀਂ ਹੈ। ਮੋਹ ਦੀ ਵਰਤੋਂ ਭੈੜ ਦਾ ਕਾਰਨ ਬਣਦੀ ਹੈ। ਸਤਿਗੁਰਾਂ ਨੇ ਨਾਸ਼ਵੰਤ ਪਦਾਰਥਾਂ ਨਾਲ ਜੀਵ ਅਥਵਾ ਮਨੁੱਖ ਵੀ ਨਾਸ਼ਵੰਤ ਹੀ ਹਨ। ਇਹਨਾਂ ਮੋਹ ਪਾ ਲੈਣ ਨੂੰ ਛਲਾਵੇ ਵਿੱਚ ਫਸਣ ਤੋਂ ਫਰਮਾਨ ਕੀਤਾ ਹੈ। ਪਰ ਸਤ ਸੰਗਤ ਭਾਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਨਾਲ ਮੋਹ ਪਾ ਲੈਣਾ, ਗੁਰਮੁਖ ਮਹਾਂਪੁਰਖਾਂ ਨਾਲ ਅਥਵਾ ਗੁਰਬਾਣੀ ਨਾਲ ਮੋਹ ਪਾ ਲੈਣਾ ਉੱਤਮ ਪਦ ਪਾਉਣ ਦਾ ਸਬੱਬ ਬਣਦਾ। ਆਠ ਪੈਰ ਹਰ ਕੇ ਗੁਣ ਗਾਵੇ, ਸਿਮਰੈ ਦੀਨ ਦਿਆਲਾ, ਆਪ ਤਰੇ ਸੰਗਤ ਸਭ ਉਧਰੈ, ਬਿਨਸੇ ਸਗਲ ਜੰਜਾਲਾ। ਪੰਨਾ 503। ਵਾਲੀ ਪਦਵੀ ਪਾਉਣੀ ਹੁੰਦੀ ਹੈ। ਅਗਲਾ ਤੀਜਾ ਸ਼ਲੋਕ ਵੀ ਮੋਹ ਦੀ ਦੁਰਵਰਤੋਂ ਤੋਂ ਹੀ ਰੋਕ ਰਿਹਾ ਹੈ। ਮਿਥਿਅੰਤ ਦੇਹੰ ਖੀਣੰਤ ਬਲਣੰ, ਬਰਧੰਤ ਜਰੂਆ ਇਤਿਅੰਤ ਮਾਇਆ, ਅਤਿਅੰਤ ਆਸਾ ਅਥਿਤ ਭਵਨੰ, ਗਣੰਤ ਸੁਵਾਸਾ ਭਿਆਨ ਧਰਮੰ, ਪਤਤ ਮੋਹ ਕੂਪ ਦੁਰਲਭੰ ਦੇਹੰ, ਤਤ ਆਸ਼ਰੰ ਨਾਨਕ, ਗੋਬਿੰਦ 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 ਗੋਪਾਲ ਕਿਰਪਾ। ਪੰਨਾ 1354। ਅਰਥ, ਇਹ ਸਰੀਰ ਤਾਂ ਨਾਸ਼ਵੰਤ ਹੈ, ਇਹਦਾ ਬਲ ਵੀ ਘਟਦਾ ਰਹਿੰਦਾ ਹੈ। ਪਰ ਜਿਉਂ-ਜਿਉਂ ਬੁਢੇਪਾ ਵੱਧਦਾ ਹੈ, ਮਾਇਆ ਦਾ ਮੋਹ ਵੀ ਵੱਧਦਾ ਜਾਂਦਾ ਹੈ ਤੇ ਪਦਾਰਥਾਂ ਦੀ ਆਸਾ ਵੀ ਤੀਬਰ ਹੁੰਦੀ ਜਾਂਦੀ ਹੈ। ਉਂਝ ਜੀਵ ਇੱਥੇ ਘਰ ਦੇ ਪ੍ਰਾਹੁਣੇ ਵਾਂਗ ਹੈ। ਡਰਾਉਣਾ ਧਰਮਰਾਜ ਭਾਵ ਮੌਤ ਦਾ ਸਮਾਂ ਇਸ ਦੀ ਉਮਰ ਦੇ ਸਾਹ ਗਿਣਦਾ ਰਹਿੰਦਾ ਹੈ। ਇਹ ਅਮੋਲਕ ਮਨੁੱਖਾ ਸਰੀਰ ਮੋਹ ਦੇ ਖੂਹ ਵਿੱਚ ਡਿੱਗਾ ਰਹਿੰਦਾ ਹੈ। ਇਹ ਨਾਨਕ, ਇੱਕ ਅਕਾਲ ਪੁਰਖ ਦੀ ਮਿਹਰ ਹੀ ਬਚਾ ਸਕਦੀ ਹੈ, ਉਸੇ ਦਾ ਆਸਰਾ ਲੈਣਾ ਚਾਹੀਦਾ ਹੈ। ਅਨਕ ਲੀਲਾ ਰਾਜ ਰਸ ਰੂਪੰ, ਛਤਰ ਚਮਰ ਤਖਤ ਆਸਨੰ, ਰਚੰਤ ਮੂੜ ਅਗਿਆਨ ਅੰਧਾ, ਨਾਨਕ ਸੁਪਨ ਮਨੋਰਥ ਮਾਇਆ। ਸੁਪਨੇ ਹਬ ਰੰਗ ਮਾਣਿਆ, ਮਿੱਠਾ ਲੱਗੜਾ ਮੋਹ, ਨਾਨਕ ਨਾਮ ਵੀ ਹੁਣੀਆਂ, ਸੁੰਦਰ ਮਾਇਆ ਤਰੋ। ਪੰਨਾ 707। ਅਰਥ, ਅਨੇਕ ਚੋਜ ਤਮਾਸ਼ੇ, ਰਾਜ ਦੀਆਂ ਮੌਜਾਂ, ਸੁੰਦਰਤਾ, ਸਿਰ ਤੇ ਛਤਰ ਚੌਰ ਤੇ ਬੈਠਣ ਨੂੰ ਸ਼ਾਹੀ ਤਖਤ, ਇਹਨਾਂ ਪਦਾਰਥਾਂ ਵਿੱਚ ਹੀ ਨਾਨਕ
ਅੰਨੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਹਨ। ਮਾਇਆ ਦੇ ਇਹ ਕੌਤਕ ਤਾਂ ਸੁਪਨੇ ਦੀਆਂ ਚੀਜ਼ਾਂ ਸਮਾਨ ਹਨ। ਇਹ ਨਾਨਕ, ਜੇ ਪ੍ਰਭੂ ਦੇ ਨਾਮ ਤੋਂ ਵਾਂਝੇ ਰਹੇ ਤਾਂ ਸੋਹਣੀ ਮਾਇਆ ਧੋਖਾ ਹੀ ਹੈ। ਇਹ ਇਉਂ ਹੈ ਜਿਵੇਂ ਸੁਪਨੇ ਵਿੱਚ ਸਾਰੀਆਂ ਮੌਜਾਂ ਮਾਣੀਆਂ, ਉਹਨਾਂ ਦੇ ਮੋਹ ਨੇ ਖਿੱਚ ਪਾ ਲਈ, ਪਰ ਜਦੋਂ ਜਾਗ ਆਈ ਤਾਂ ਪੱਲੇ ਕੁਝ ਵੀ ਨਹੀਂ ਸੀ। ਇਸ ਜਗ ਮੈਂ ਮੋਹ ਹੈ ਪਸਾਰਾ, ਮਨਮੁਖਿਆਨੀ ਅੰਧ ਅੰਧਾਰਾ, ਧੰਦੇ ਤਾਪ ਜਨਮ ਗਵਾਇਆ, ਬਿਨ ਨਾਵੇਂ ਦੁੱਖ ਪਾਇਆ। ਪੰਨਾ 1067। ਅਰਥ ਹੈ ਭਾਈ, ਇਸ ਜਗਤ ਵਿੱਚ ਹਰ ਪਾਸੇ ਮੋਹ ਪਸਰਿਆ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਸ ਮੋਹ ਦੇ ਕਾਰਨ ਆਤਮਿਕ ਜੀਵਨ ਵੱਲੋਂ ਬੇਸਮਝ ਰਹਿੰਦਾ ਹੈ। ਮੋਹ ਵਿੱਚ ਬਿਲਕੁਲ ਅੰਨਾ ਹੋਇਆ ਰਹਿੰਦਾ ਹੈ। ਮੋਹ ਦੇ ਧੰਦੇ ਵਿੱਚ ਭਟਕਦਾ ਭਟਕਦਾ ਮਨੁੱਖ ਜਨਮ ਜ਼ਾਇਆ ਕਰ ਲੈਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਦੁੱਖ ਪਾਉਂਦਾ ਹੈ। ਬ੍ਰਾਹਮਣ ਦੀ ਦੇਣ ਵੇਦਾਂ ਨੇ ਅਤੇ ਵੇਦਾਂ ਦੇ ਆਧਾਰ 'ਤੇ ਲਿਖੀਆਂ ਸਿਮਰਤੀਆਂ ਨੇ ਲੋਕਾਂ ਨੂੰ ਸੁਰਗਾਂ ਦੇ ਫੋਕਟ ਭਰਮ ਮੋਹ ਵਿੱਚ ਫਸਾ ਕੇ ਤੱਤ ਗਿਆਨ ਦੀ ਸਮਝ ਦੀ ਲੋੜ ਤੋਂ ਦੂਰ ਰੱਖਿਆ। ਵੇਦ ਕੀ ਪੁੱਤਰੀ ਸਿਮਰਤ ਭਾਈ, ਸਾਂਕਲ ਜੇਵਰੀ ਲੈ ਹੈ ਆਈ, ਆਪਨ ਨਗਰ ਨਾ ਆਪ ਤੇ ਬੰਧਿਆ, ਮੋਹ ਕੇ ਫਾਦ ਕਾਲ ਸਰ ਸਾਂਧਿਆ। ਪੰਨਾ 329। ਅਰਥ, ਹੇ ਵੀਰ, ਇਹ ਸਿਮਰਤੀ ਜੋ ਵੇਦਾਂ ਦੇ ਆਧਾਰ 'ਤੇ ਬਣੀ ਹੈ, ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ ਮਨ ਨੂੰ ਸੰਗਲ ਤੇ ਕਰਮ ਕਾਂਡ ਦੀਆਂ ਰੱਸੀਆਂ ਲੈ ਕੇ ਆਈ ਹੈ। ਇਸ ਸਿਮਰਤੀ ਨੇ ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ। ਇਹਨਾਂ ਨੂੰ ਸੁਰਗ ਆਦਿਕ ਦੇ ਮੋਹ ਦੀ ਫਾਹੀ ਵਿੱਚ ਫਸਾ ਕੇ ਇਹਨਾਂ ਦੇ ਸਿਰ 'ਤੇ ਮੌਤ ਦੇ ਸਹਿਮ ਦਾ ਤੀਰ ਇਸ ਨੇ ਖਿੱਚਿਆ ਹੋਇਆ ਹੈ। ਭਾਗ 15ਵਾਂ। ਮੋਹ ਰੂਪ ਚਿੱਕੜ। ਤਿਤ ਸਰਵੜੈ ਭੈਲੇ ਨਿਵਾਸਾ, ਪਾਣੀ ਪਾਪ ਕਤਿਨੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਪੰਨਾ 12। ਅਰਥ, ਹੇ ਭਾਈ, ਸਾਡੀ ਜੀਵਾਂ ਦੀ ਉਸ ਭਿਆਨਕ ਸੰਸਾਰ ਸਰੋਵਰ ਵਿੱਚ ਵਸੋਂ ਹੈ, ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੋਈ ਹੈ, ਅਤੇ ਉਸ ਭਿਆਨਕ ਸਰੀਰ ਵਿੱਚ ਜੋ ਮੋਹ ਦਾ ਚਿੱਕੜ ਹੈ, ਉਸ ਵਿੱਚ ਜੀਵਾਂ ਦਾ ਪੈਰ ਚੱਲ ਨਹੀਂ ਸਕਦਾ। ਜੀਵ ਮੋਹ ਦੇ ਚਿੱਕੜ ਵਿੱਚ ਫਸੇ ਪਏ ਹਨ। ਉਸ ਤ੍ਰਿਸ਼ਨਾ ਅੱਗ ਦੇ ਅਸਗਾਹ ਸਮੁੰਦਰ ਵਿੱਚ ਡੁੱਬਦੇ ਜਾ ਰਹੇ ਹਨ। ਪੰਕਜ ਦਾ ਅਰਥ ਸਤਿਗੁਰਾਂ ਨੇ ਕੀਚੜ ਇਉਂ ਸਮਝਾਇਆ ਹੈ। ਹਰ ਦਇਆ ਪ੍ਰਭ ਧਾਰੋ, ਪਾਖਣ ਹਮ ਤਾਰੋ, ਕੱਢ ਦੇਵੋ ਸ਼ਬਦ ਸੁਭਾਈ ਜੀਓ, ਮੋਹੇ ਚੀਕੜ ਫਾਥੇ ਨਿਗਰਤ ਹਮ ਜਾਤੇ, ਹਰ ਬਾਹਾਂ ਪ੍ਰਭੂ ਪਕਰਾਏ ਜੀਓ। ਪੰਨਾ 446। ਅਰਥ, ਹੇ ਹਰੀ, ਹੇ ਪ੍ਰਭੂ, ਮਿਹਰ ਕਰ ਸਾਨੂੰ ਪੱਥਰ ਦਿਲਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ। ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਪਣੇ ਪ੍ਰੇਮ ਵਿੱਚ ਜੋੜ ਲੈ, ਸਾਨੂੰ ਮੋਹ ਦੇ ਚਿੱਕੜ ਵਿੱਚੋਂ ਕੱਢ ਲੈ। ਹੇ ਹਰੀ, ਅਸੀਂ ਮਾਇਆ ਦੇ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਹਾਂ। ਆਤਮਿਕ ਜੀਵਨ ਵੱਲੋਂ ਅਸੀਂ ਡਿੱਗਦੇ ਜਾ ਰਹੇ ਹਾਂ। ਹੇ ਪ੍ਰਭੂ, ਸਾਨੂੰ ਆਪਣੀ ਬਾਂਹ ਫੜਾ, ਆਪਣਾ ਆਸਰਾ ਬਖਸ਼। ਪੰਕਜ ਮੋਹ ਨਿਗਰਤ ਹੈ ਪ੍ਰਾਣੀ, ਗੁਰ ਨਿਗਰਤ ਕਾਢ ਕਢਾਵੈ ਗੋ, ਤਰਾਹ ਤਰਾਹ ਸ਼ਰਨ ਜਨ ਆਏ, ਗੁਰ ਹਾਥੀ ਦੇ ਨਿਕਲਾਵੈ ਗੋ। ਪੰਨਾ 1310। ਅਰਥ, ਮਨੁੱਖ ਮਾਇਆ ਦੇ ਮੋਹ ਦੇ ਖੋਬੇ ਵਿੱਚ ਖੁੱਭਦਾ ਜਾਂਦਾ ਹੈ। ਗੁਰੂ ਇਸ ਖੋਬੇ ਵਿੱਚ ਖੁੱਭ ਰਹੇ ਨੂੰ ਮਾਇਆ ਮੋਹ ਦੇ ਖੋਬੇ ਵਿੱਚੋਂ ਕੱਢ ਕੇ ਬੰਨੇ ਲਾ ਦਿੰਦਾ ਹੈ। ਬਚਾ ਲੈ, ਬਚਾ ਲੈ, ਇਹ ਆਖਦੇ ਜਿਹੜੇ ਮਨੁੱਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆਉਂਦੇ ਹਨ, ਗੁਰਬਾਣੀ ਦੀ ਵਿਚਾਰ ਨਾਲ ਜੁੜ ਕੇ ਸਤਿਗੁਰਾਂ ਦੇ ਹੁਕਮ ਨੂੰ ਸਮਝ ਕੇ ਉਸ ਅਨੁਸਾਰ ਆਪਣਾ ਜੀਵਨ ਬਣਾਉਣਾ ਹੀ ਸਤਿਗੁਰਾਂ ਦੀ ਸ਼ਰਨ ਵਿੱਚ ਆਉਣਾ ਮੰਨਿਆ ਗਿਆ। ਗੁਰੂ ਆਪਣਾ ਗਿਆਨ ਰੂਪ ਹੱਥ ਫੜਾ ਕੇ ਉਹਨਾਂ ਨੂੰ ਮਾਇਆ ਦੇ ਮੋਹ ਦੇ ਗਾਰੇ ਵਿੱਚੋਂ ਬਾਹਰ ਕੱਢ ਲੈਂਦਾ ਹੈ। ਸੁਣ ਮੁੰਦੇ ਹਰਨਾਕੀਐ, ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿਆਣਕ ਹੈ, ਤਾਂ ਕੀਚੈ ਵਪਾਰ, ਦੋਹੀ ਦਿਚੈ ਦੁਰਜਨਾ, ਮਿੱਤਰਾਂ ਨੂੰ ਜੇਕਾਰ, ਜਿਤ ਦੋਹੀ ਸੱਜਣ ਮਿਲਣ, ਲੋਹ ਮੁੰਦੇ ਵਿਚਾਰ, ਤਨ ਮਨ ਦੀਜੈ ਸੱਜਣਾ, ਐਸਾ ਹਸਣ ਸਾਰ, ਤਿਸ ਸਿਉ ਨਿਹ ਨਾ ਕੀਚਈ, ਜੇ ਦਿਸੈ ਚੱਲਣਹਾਰ, ਨਾਨਕ ਜਿਨੀ ਇਮ ਕਰ ਬੁਝਿਆ, ਤਿੰਨਾਂ ਵਿਟੋਂ ਕੁਰਬਾਨ। ਪੰਨਾ 1410। ਭਾਗ 16ਵਾਂ। ਮੋਹ ਠਗੌਰੀ। ਕਾਇਆ ਸੋਧੈ ਸ਼ਬਦ ਵਿਚਾਰੈ, ਮੋਹ ਠਗੌਰੀ ਭਰਮ ਨਿਵਾਰੈ, ਆਪੇ ਕਿਰਪਾ ਕਰੇ ਸੁਖ ਦਾਤਾ, ਆਪੇ ਮੇਲ ਮਿਲਾਇਆ। ਪੰਨਾ 1068। ਅਰਥ, ਹੇ ਭਾਈ,
ਜਿਹੜੇ ਮਨੁੱਖ ਆਪਣੇ ਸਰੀਰ ਦੀ ਪੜਤਾਲ ਕਰਦੇ ਰਹਿੰਦੇ ਹਨ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਈ ਰੱਖਦੇ ਹਨ, ਉਹ ਮਨੁੱਖ ਮੋਹ ਦੀ ਠੱਗ ਬੂਟੀ ਨਹੀਂ ਖਾਂਦੇ ਅਤੇ ਆਪਣੇ ਅੰਦਰੋਂ ਭਟਕਣਾ ਦੂਰ ਕਰ ਲੈਂਦੇ ਹਨ। ਪਰ ਹੇ ਭਾਈ, ਇਹ ਕਿਰਪਾ ਸੁੱਖਾਂ ਦੇ ਦੇਣ ਵਾਲਾ ਪਰਮਾਤਮਾ ਆਪ ਹੀ ਕਰਦਾ ਹੈ। ਉਹ ਆਪ ਹੀ ਉਹਨਾਂ ਨੂੰ ਗੁਰੂ ਨਾਲ ਮਿਲਾ ਕੇ ਆਪਣੇ ਚਰਨਾਂ ਵਿੱਚ ਜੋੜਦਾ ਹੈ। ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਧਪ ਕਰਨਾਰ, ਧਨ ਜੋਬਨ ਜਗ ਠੱਗਿਆ, ਲੱਭ ਲੋਭ ਅਹੰਕਾਰ, ਮੋਹ ਠਗੌਰੀ ਹਉ ਮੁਈ, ਸਾ ਵਰਤੈ ਸੰਸਾਰ। ਪੰਨਾ 61। ਅਰਥ, ਪੁੱਤਰ, ਰਿਸ਼ਤੇਦਾਰ, ਘਰ ਇਸਤਰੀ ਆਦਿਕ ਦੇ ਮੋਹ ਦੇ ਕਾਰਨ ਮੋਹਣੀ ਮਾਇਆ ਦੀ ਤ੍ਰਿਸ਼ਨਾ ਜੀਵਾਂ ਨੂੰ ਵਿਆਪ ਰਹੀ ਹੈ। ਧਨ ਤੇ ਜਵਾਨੀ ਨੇ, ਲੋਭ ਨੇ, ਹੰਕਾਰ ਨੇ ਸਾਰੇ ਜਗਤ ਨੂੰ ਲੁੱਟ ਲਿਆ ਹੈ। ਮੋਹ ਦੀ ਠੱਗ ਬੂਟੀ ਨੇ ਮੈਨੂੰ ਵੀ ਠੱਗ ਲਿਆ ਹੈ। ਇਹ ਮੋਹ ਠੱਗ ਬੂਟੀ ਸਾਰੇ ਸੰਸਾਰ ਵਿੱਚ ਆਪਣਾ ਜ਼ੋਰ ਪਾ ਰਹੀ ਹੈ। ਪੁਰਬ ਲਿਖਿਆ ਕਮਾਵਣਾ, ਜੇ ਕਰਤੇ ਆਪ ਲਿਖਿਆਸ, ਮੋਹ ਠਗੌਲੀ ਪਾਈਨ, ਵਿਸਰਿਆ ਗੁਣਤਾਸ, ਮਤ ਜਾਣੋ ਜਗ ਜੀਵਦਾ, ਦੂਜੇ ਭਾਈ ਮੁਆਸ, ਜਿਨੀ ਗੁਰਮੁਖ ਨਾਮ ਨ ਚੇਤਿਓ, ਸੇ ਬਹਿਣ ਨ ਮਿਲਣੀ ਪਾਸ, ਦੁਖ ਲਾਗਾ ਬਹੁ ਅਤਕਣਾ, ਪੁੱਤ ਕਲਤ ਨਾ ਸਾਥ ਕੋਈ ਜਾਸ, ਲੋਕਾਂ ਵਿੱਚ ਮੂੰਹ ਕਾਲਾ ਹੋਆ, ਅੰਦਰ ਉਭੇ ਸਾਸ, ਮਨ ਮੁਖਾਂ ਨੂੰ ਕੋ ਨ ਵਿਸਰੀ, ਚੁੱਕ ਗਿਆ ਵਿਸਾਸ, ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਪੰਨਾ 643। ਭਾਵੇਂ ਪਦਾਰਥ ਹੋਣ ਤੇ ਭਾਵੇਂ ਜੀਵ ਜੰਤ ਹੋਣ, ਮਨੁੱਖ ਦੇ ਅੰਦਰ ਮੋਹ ਸਦਾ ਦਿਖਦੇ ਸੰਸਾਰ ਨਾਲ ਹੀ ਉਪਜਦਾ ਹੈ। ਦਿਖਦੇ ਸੰਸਾਰ ਬਾਰੇ ਸਤਿਗੁਰਾਂ ਦੇ ਬਚਨ ਅਸੀਂ ਬੜੀ ਵਾਰੀ ਵਿਚਾਰ ਚੁੱਕੇ ਹਾਂ। ਗੁਰਮਤਿ ਨੇ ਹਰ ਦਿਸਦੀ ਚੀਜ਼ ਨੂੰ ਅਥਵਾ ਗਿਆਨ ਇੰਦਰੀਆਂ ਨੂੰ ਸਪਰਸ਼ ਕਰਨ ਵਾਲੀ ਹਰ ਵਸਤੂ ਨੂੰ ਨਾਸ਼ਵੰਤ ਫੁਰਮਾਨ ਕਰਕੇ ਇਸ ਨਾਲ ਮੋਹ ਪਾਉਣ ਤੋਂ ਵਰਜਿਆ ਹੈ। ਕਾਕੋ ਤਨ ਧਨ ਸੰਪਤ ਕਾਕੀ, ਕਾਸਿਓ ਨਹਿ ਲਗਾਈ, ਜੋ ਦੀਸੇ ਸੋ ਸਗਲ ਵਿਨਾਸੈ, ਜੋ ਬਾਦਰ ਕੀ ਛਾਈ। ਪੰਨਾ 1231। ਨਾਸ਼ਵੰਤ ਪਦਾਰਥਾਂ ਦੇ ਮੂੰਹ ਵਿੱਚ ਪ੍ਰਵਿਰਤ ਹੋਣਾ ਠੱਗ ਬੂਟੀ ਖਾਣ ਵਾਲੀ ਗੱਲ ਹੈ। ਪਰ ਸਤਿਗੁਰਾਂ ਦੇ ਇੰਨੇ ਬਚਨ ਹੀ ਪੜ੍ਹ ਕੇ ਇਹ ਸਿੱਟਾ ਕੱਢ ਲੈਣਾ ਕਿ ਸਤਿਗੁਰਾਂ ਨੇ ਮੋਹ ਨੂੰ ਮਾੜਾ ਕਹਿ ਕੇ ਇਸ ਨੂੰ ਮਾਰ ਕੱਢਣ ਦਾ ਉਪਦੇਸ਼ ਕੀਤਾ ਹੈ, ਬੜੀ ਭੁੱਲ ਹੋਵੇਗੀ। ਇੱਥੇ ਵੀ ਮੋਹ ਦੀ ਅਯੋਗ ਵਰਤੋਂ ਦੀ ਹੀ ਗੱਲ ਹੈ। ਕਿਸੇ ਪਦਾਰਥ ਨਾਲ ਜਾਂ ਕਿਸੇ ਜੀਵ ਨਾਲ ਇਸ ਹੱਦ ਤੱਕ ਮੋਹ ਪਾ ਲੈਣਾ ਕਿ ਉਸ ਤੋਂ ਬਿਨਾਂ ਰਹਿ ਨਾ ਸਕਣਾ, ਉਸ ਨੂੰ ਹੀ ਸਭ ਕੁਝ ਸਮਝ ਲੈਣਾ ਅਤੇ ਪਰਮਾਤਮਾ ਦੀ ਯਾਦ ਭੁਲਾ ਬਹਿਣੀ, ਮੋਹ ਵਸ ਹੋ ਕੇ ਠੱਗੀਆਂ ਮਾਰਨ ਦੀ ਰੁਚੀ ਬਣਾ ਲੈਣੀ, ਆਤਮਿਕ ਜੀਵਨ ਵਿੱਚ ਗਿਰਾਵਟ ਲੈ ਆਉਣ ਵਾਲਾ ਅਜਿਹਾ ਮੋਹ ਦੁਖਦਾਈ ਵਿਕਾਰ ਹੈ। ਚੰਗੇ ਪਦਾਰਥ 'ਤੇ ਖੁੱਸ ਜਾਣ 'ਤੇ ਜਾਂ ਪਿਆਰੇ ਮਿੱਤਰ ਸੰਬੰਧੀ ਦੇ ਮਰ ਜਾਣ 'ਤੇ ਅਤਿਅੰਤ ਦੁਖੀ ਹੋ ਕੇ ਲੋਕਾਂ ਲਈ ਤਮਾਸ਼ਾ ਬਣ ਜਾਣਾ ਮਨਮੁਖਤਾਈ ਹੈ। ਸੰਸਾਰ ਸਿਰਜਣਾ ਦੀ ਖੇਡ ਵਿੱਚ ਰੰਗਾ ਰੰਗ ਦੀਆਂ ਰੌਣਕਾਂ ਵਧਾਉਣ ਲਈ ਕਰਤਾਰ ਨੇ ਮੋਹ ਠਗੌਲੀ ਵੀ ਆਪ ਹੀ ਪਾਈ ਹੈ। ਪਰ ਇਸ ਠੱਗ ਬੂਟੀ ਤੋਂ ਸੁਚੇਤ ਰਹਿਣ ਦੀ ਸੋਝੀ ਕਰਾਉਣ ਲਈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਥਵਾ ਹੋਰ ਭਗਤ ਜਨ ਵੀ ਉਹ ਆਪ ਹੀ ਭੇਜਦਾ ਹੈ। ਜਿਹੜੇ ਪ੍ਰਾਣੀ ਸਤਿਗੁਰਾਂ ਦੀ ਮੱਤ ਅਨੁਸਾਰ ਚੱਲ ਕੇ ਜੀਵਨ ਜੁਗਤ ਸੁਧਾਰ ਲੈਂਦੇ ਹਨ, ਉਹ ਆਪ ਸੁਖੀ ਰਹਿੰਦੇ ਹਨ ਅਤੇ ਹੋਰਨਾਂ ਨੂੰ ਸੁਖੀ ਕਰਦੇ ਹਨ। ਪਰ ਕਿਉਂਕਿ ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਗਲ ਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਭਾਵ ਸੰਸਾਰ ਵਿੱਚ ਅਨੇਕਾਂ ਹੀ ਮਨਮੁਖ ਮਾਇਆ ਮੋਹ ਵਿੱਚ ਫਸੇ ਕਈ ਤਰ੍ਹਾਂ ਦੇ ਅਪਰਾਧ ਕਰਦੇ ਅਤੇ ਹੋਰਨਾਂ ਨੂੰ ਦੁਖੀ ਕਰਦੇ ਹਨ। ਇਸ ਕਾਰਨ ਪੁਲਿਸ ਕਚਹਿਰੀਆਂ ਜੇਲ੍ਹਾਂ ਆਦਿ ਦੀ ਲੋੜ ਪੈ ਗਈ। ਇਹ ਵੀ ਉਸੇ ਕਰਤਾਰ ਦੀ ਸੰਸਾਰ ਖੇਡ ਦਾ ਹੀ ਇੱਕ ਬੜਾ ਉੱਘਾ ਪੱਖ ਹੈ। ਇੱਕ ਇਹਨਾਂ ਨੂੰ ਮਾਣ ਤਾਣ ਬਖਸ਼ਦਾ ਹੈ, ਜਦ ਕਿ ਕਈ ਪੱਤ ਗੁਆ ਕੇ ਜੇਲ੍ਹਾਂ ਵਿੱਚ ਰੁਲਦੇ ਜੀਵਨ ਗੁਜ਼ਾਰ ਰਹੇ ਹਨ। ਸਭ ਉਸ ਦੇ ਆਪਣੇ ਹੀ ਰੰਗ ਹਨ। ਪੁਲਿਸ ਵੀ ਆਪ, ਜੱਜ ਵੀ ਆਪ, ਕੈਦੀ ਵੀ ਆਪ, ਜੇਲਰ ਵੀ ਆਪ, ਸਤਿਗੁਰ ਵੀ ਆਪ, ਸਤ ਸੰਗਤ ਵੀ ਆਪ ਹੈ। ਆਓ ਆਪਣੇ ਪੂਰਨ ਸਤਿਗੁਰ ਜੀ ਅੱਗੇ ਜੋਦੜੀਆਂ ਕਰੀਏ ਕਿ ਉਹ ਸਾਨੂੰ ਸ਼ਬਦ ਵਿਚਾਰ ਨਾਲ ਜੋੜ ਕੇ ਅਜਿਹੀ ਮੱਤ ਬਖਸ਼ਿਸ਼ ਕਰੇ ਕਿ ਸਾਡੀ ਅੱਖ ਹਰ ਥਾਂ ਉਸੇ ਸਿਰਜਣਹਾਰ ਦਾਤਾਰ ਦੇ ਹੀ ਦਰਸ਼ਨ ਕਰਨ ਦੀ ਸਮਰੱਥਾ ਪ੍ਰਾਪਤ ਕਰ ਲਵੇ। ਤੁਧ ਆਪੇ ਜਗਤ ਉਪਾਇਕ ਹੈ, ਤੁਧ ਆਪੇ ਧੰਦੇ ਲਾਇਆ, ਮੋਹ ਠਗੌਲੀ ਪਾਇਕ ਹੈ, ਤੁਧ ਆਪੋਂ ਜਗਤ ਖੁਆਇਆ, ਤਿਸ਼ਨਾ ਅੰਦਰ ਅਗਨ ਹੈ, ਨੈ ਤਿਪਤੇ ਭੁੱਖਾ ਤਿਹਾਇਆ, ਸੰਸਾ ਇਹ ਸੰਸਾਰ ਹੈ, ਮਰ ਜੰਮੇ ਆਇਆ ਜਾਇਆ, ਬਿਨ ਸਤਿਗੁਰ ਮੋਹ ਨ ਟੁੱਟਈ,
ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਧਿਆਈਐ, ਸੁਖ ਰੱਜਾਂ ਜਾਂ ਤੁਧ ਪਾਇਆ, ਕੁਲ ਉਧਾਰੇ ਆਪਣਾ, ਧਨ ਜਣੇਂਦੀ ਮਾਇਆ, ਸ਼ੋਭਾ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚਿਤ ਲਾਇਆ। ਪੰਨਾ 138। ਮੋਹ ਦਾ ਦੂਜਾ ਪੱਖ ਸਮਝਾਉਣ ਦੀ ਕਿਰਪਾ ਕਰਦੇ ਹੋਏ ਸਤਿਗੁਰੂ ਜੀ ਫਰਮਾਨ ਕਰਦੇ ਹਨ, ਮੋਹ ਕੁਟੰਬ ਮੋਹ ਸਭ ਕਾਰ। ਪਰਿਵਾਰ ਦਾ ਮੋਹ ਸੰਸਾਰ ਦੀ ਸਾਰੀ ਕਾਰ ਚਲਾ ਰਿਹਾ। ਪਰਿਵਾਰ ਦੀ ਪਾਲਣਾ ਕੇਵਲ ਮੋਹ ਕਰਕੇ ਹੋ ਰਹੀ ਹੁੰਦੀ ਹੈ। ਪਸ਼ੂ ਪੰਛੀਆਂ ਵੱਲ ਵੇਖੋ, ਉਹਨਾਂ ਨੇ ਆਪਣੇ ਕਿਸੇ ਬੱਚੇ ਦੀ ਕਮਾਈ ਨਹੀਂ ਖਾਣੀ ਹੁੰਦੀ, ਪਰ ਜਿਵੇਂ ਉਹ ਆਪਣੇ ਬੱਚਿਆਂ ਦੀ ਪਾਲਣਾ ਕਰਦੇ ਹਨ, ਉਸ ਤੋਂ ਹੈਰਾਨ ਰਹਿ ਜਾਈਦਾ ਹੈ। ਸ਼ੇਰ ਬਘਿਆੜ ਆਦਿ ਜੰਗਲੀ ਦੰਦਿਆਂ ਤੋਂ ਆਪਣੇ ਬੱਚੇ ਨੂੰ ਬਚਾਉਂਦੀ ਹੋਈ ਹਿਰਨੀ ਮਾਂ ਆਪਣੀ ਜਾਨ ਤੋਂ ਹੱਥ ਧੋ ਬੈਠਦੀ। ਟੀਵੀ 'ਤੇ ਕਈ ਵਾਰ ਦਿਖਾਇਆ ਗਿਆ। ਪਸ਼ੂ ਪੰਛੀਆਂ ਨੂੰ ਆਪਣੇ ਬੱਚੇ ਪਾਲਦੇ ਅਤੇ ਉਹਨਾਂ ਦੀ ਰਾਖੀ ਕਰਦੇ ਵੇਖ ਕੇ ਆਨੰਦ ਸਾਹਿਬ ਦੀ ਇਹ ਤੁਕ ਅਵਸੋਂ ਹੀ ਮੂੰਹ ਨਿਕਲ ਜਾਂਦੀ ਹੈ, ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੂੰਹ ਮੀਠਾ ਲਾਇਆ। ਪੰਨਾ 918। ਨਾਲ ਹੀ ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਜਦੋਂ ਹੀ ਬੱਚਾ ਆਪਣਾ ਪੇਟ ਆਪ ਪਾਲਣ ਜੋਗਾ ਹੋ ਜਾਂਦਾ ਹੈ, ਪਸ਼ੂ ਪੰਛੀ ਉਸ ਦਾ ਲਾਗਾ ਤਿਆਗ ਜਾਂਦੇ ਹਨ। ਇੱਧਰ ਸਾਰੀਆਂ ਜੂਨਾਂ ਦਾ ਸਰਦਾਰ ਮਨੁੱਖ ਹੈ, ਜੋ ਮੋਹ ਦੇ ਜਾਲ ਵਿੱਚ ਅਜਿਹਾ ਫਸਦਾ ਹੈ ਕਿ ਮਰਦੇ ਦਮ ਤੱਕ ਮੋਹ ਦੀਆਂ ਚੋਟਾਂ ਖਾਈ ਤੁਰਿਆ ਜਾਂਦਾ। ਹਾਏ ਕਿਵੇਂ ਛੱਡਾਂ, ਬੜੀ ਮੁਸ਼ਕਿਲ ਨਾਲ ਬਣਾਏ ਇਹ ਸਭ ਕਾਸੇ ਨੂੰ, ਕਿਵੇਂ ਛੱਡ ਤੁਰਾਂ ਆਪਣੇ ਪਿਆਰੇ ਬੱਚਿਆਂ ਨੂੰ, ਆਪਣੇ ਪਿਆਰੇ ਸਾਥੀ ਨੂੰ, ਆਪਣੇ ਡੇਰੇ ਨੂੰ, ਆਪਣੇ ਚੇਲਿਆਂ ਨੂੰ, ਆਦਿ ਆਦਿ। ਬਸ ਹਾਏ ਹਾਏ ਕਰਦੇ ਦੀ ਹੀ ਨਬਜ਼ ਬੰਦ ਹੋ ਜਾਂਦੀ ਹੈ। ਇਸੇ ਮੋਹ ਮਮਤਾ ਦਾ ਮਾਰਿਆ ਪਰਮਾਤਮਾ ਦੀ ਸੱਚੀ ਯਾਦ ਨਾਲ ਮਰਦੇ ਦਮ ਤੱਕ ਨਹੀਂ ਜੁੜ ਸਕਦਾ। ਮੌਤ ਦੇ ਆਖਰੀ ਸਮਿਆਂ ਵਿੱਚ ਵੀ ਧਨ ਦੌਲਤ ਅਤੇ ਪਰਿਵਾਰ ਨੂੰ ਤਿਆਗਣ ਲਈ ਤਿਆਰ ਨਹੀਂ ਹੁੰਦਾ। ਮਨੁੱਖ ਅਗਿਆਨਤਾ ਕਾਰਨ ਮੋਹ ਨੂੰ ਅਜਿਹੀ ਦੁਖਦਾਈ ਰੱਸੀ ਬਣਾ ਲਿਆ, ਜਿਸ ਨੇ ਇਸ ਨੂੰ ਜਨਮ ਮਰਨ ਦੇ ਗੇੜ ਵਿੱਚ ਬੰਨ੍ਹੀ ਰੱਖਿਆ। ਸਤਿਗੁਰਾਂ ਦੇ ਹੁਕਮ ਵਿੱਚ ਚੱਲਣ ਵਾਲੇ ਗੁਰਮੁਖਾਂ ਲਈ ਮੋਹ ਸੰਸਾਰ ਦੀ ਕਾਰ ਚਲਾਉਣ ਵਿੱਚ ਸਹਾਈ ਹੋਣ ਵਾਲੀ ਰੱਬੀ ਬਖਸ਼ਿਸ਼ ਹੈ। ਪ੍ਰਭੂ ਦੇ ਹੁਕਮ ਨਾਲ ਪੈਦਾ ਹੋਈ ਕੋਈ ਵੀ ਚੀਜ਼ ਮਾੜੀ ਕਦੇ ਨਹੀਂ ਹੋ ਸਕਦੀ। ਮਾਇਆ ਅਥਵਾ ਮੋਹ ਸਭ ਕੁਝ ਉਸ ਕਰਤਾਰ ਦੇ ਹੁਕਮ ਵਿੱਚ ਬਣੇ ਹਨ। ਇਹ ਸਾਰਾ ਤਮਾਸ਼ਾ ਉਸਨੇ ਆਪ ਬਣਾਇਆ, ਸੋ ਸਾਨੂੰ ਸਦਾ ਉਸ ਦੀ ਰਜ਼ਾ ਵਿੱਚ ਰਹਿੰਦਿਆਂ ਆਨੰਦ ਵਿੱਚ ਰਹਿਣਾ ਚਾਹੀਦਾ ਹੈ। ਨਿਰੰਕਾਰ ਆਕਾਰ ਉਪਾਇਆ, ਮਾਇਆ ਮੋਹ ਹੁਕਮ ਬਣਾਇਆ, ਆਪੇ ਖੇਲ ਕਰੇ ਸਭ ਕਰਤਾ, ਸੁਣ ਸਾਚਾ ਮਨ ਵਸਾਇਂਦਾ। ਪੰਨਾ 1066। ਅਰਥ, ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਗੁਰੂ ਪਾਸੋਂ ਸੁਣ ਕੇ ਆਪਣੇ ਮਨ ਵਿੱਚ ਵਸਾਉਂਦਾ ਹੈ, ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਆਕਾਰ ਰਹਿਤ ਪਰਮਾਤਮਾ ਨੇ ਆਪਣੇ ਆਪ ਤੋਂ ਪਹਿਲਾਂ ਇਹ ਦਿਸਦਾ ਜਗਤ ਪੈਦਾ ਕੀਤਾ। ਮਾਇਆ ਦਾ ਮੋਹ ਵੀ ਉਸਨੇ ਆਪਣੇ ਹੁਕਮ ਵਿੱਚ ਹੀ ਬਣਾ ਦਿੱਤਾ। ਕਰਤਾਰ ਆਪ ਹੀ ਇਹ ਸਾਰੇ ਖੇਲ ਕਰ ਰਿਹਾ ਹੈ। ਪ੍ਰਭੂ ਦਾ ਕੀਤਾ ਸਦਾ ਸੁਖਦਾਈ ਹੀ ਹੁੰਦਾ ਹੈ। ਅਸੀਂ ਆਪ ਉਸ ਨੂੰ ਆਪਣੇ ਲਈ ਦੁੱਖ ਦਾ ਕਾਰਨ ਬਣਾ ਲੈਂਦੇ ਹਾਂ। ਰੇ ਮੁੜੇ ਆਨ ਕਾਹੇ ਕਤ ਜਾਈ, ਸੰਗ ਮਨੋਹਰ ਅੰਮ੍ਰਿਤ ਹੈ ਰੇ, ਭੂਲ ਭੂਲ ਬਿਖ ਖਾਈ ਰਹਾ। ਪ੍ਰਭ ਸੁੰਦਰ ਚਤੁਰ ਅਨੂਪ ਵਿਧਾਤੇ, ਤਿਉ ਸਿਉ ਰੁਚ ਨਹੀਂ ਰਾਈ, ਮੋਹਨ ਸਿਉ ਬਾਵਰ ਮਨ ਮੋਹਿਓ, ਝੂਠ ਗੌਰੀ ਪਾਈ, ਭਇਓ ਦਿਆਲ ਕਿਰਪਾਲ ਦੁਖ ਹਰਤਾ, ਸੰਤਨ ਸਿਉ ਬਣ ਆਈ। ਸਗਲ ਨਿਧਾਨ ਘਰੇ ਮੈਂ ਪਾਏ, ਕਹੋ ਨਾਨਕ ਜੋਤ ਸਮਾਈ। ਪੰਨਾ 1213। ਭਾਗ 17ਵਾਂ। ਮੋਹ ਦਾ ਇੱਕ ਪੱਖ ਇਹ ਵੀ, ਕਿਸੇ ਦਾ ਮਨ ਮੋਹਿਤ ਕਰ ਲੈਣਾ, ਕਿਸੇ ਨੂੰ ਆਪਣੇ ਮੋਹ ਜਾਲ ਵਿੱਚ ਫਸਾ ਲੈਣਾ, ਕਿਸੇ ਨੂੰ ਆਪਣੇ ਜੋਗਾ ਬਣਾ ਲੈਣਾ ਮੋਹ ਦਾ ਬੜਾ ਵੱਡਾ ਗੁਣ ਹੈ। ਮੋਹਨ ਸ਼ਬਦ ਮੋਹ ਤੋਂ ਹੀ ਬਣਿਆ ਹੈ। ਸਾਰਿਆਂ ਦਾ ਮਨ ਮੋਹ ਕੇ ਆਪਣੇ ਮੋਹ ਜਾਲ ਵਿੱਚ ਫਸਾ ਲੈਣ ਦੀ ਸਮਰੱਥਾ ਵਾਲੇ ਇਹ ਮੋਹਨ ਹੈ ਤਾਂ ਤੂੰ ਸਰਬ ਵਿਆਪਕ ਹੀ, ਪਰ ਕਰੋੜਾਂ ਮਨੁੱਖਾਂ ਵਿੱਚੋਂ ਲੱਭਦਾ ਕਿਸੇ ਵਿਰਲੇ ਗੁਰਮੁਖ ਨੂੰ ਹੀ ਹੈ। ਮੋਹਨ ਨਾਮ ਸਦਾ ਰਵ ਰਹਿਓ, ਕੋਟ ਮੱਧੇ ਕਿਨੇ ਗੁਰਮੁਖ ਲਹਿਓ। ਪੰਨਾ 241। ਅਤੇ ਹੇ ਸਿਰਜਣਹਾਰ ਮੋਹਨ ਜੀਓ, ਮੋਹਨ ਸਭ ਜੀ ਤੇਰੇ ਤੂੰ ਤਾਰੈ, ਛੂਟੇ ਸੰਘਾਰ ਨਿਮਖ ਕਿਰਪਾ ਤੇ, ਕੋਟ ਬ੍ਰਹਮੰਡ ਉਧਾਰੈ। ਪੰਨਾ 1211। ਇਹ ਮੋਹਨ ਪ੍ਰਭੂ, ਜਗਤ ਦੇ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ। ਤੂੰ ਹੀ ਇਹਨਾਂ ਨੂੰ ਦੁੱਖਾਂ ਕਲੇਸ਼ਾਂ ਆਦਿਕ ਤੋਂ ਪਾਰ ਲੰਘਾਉਂਦਾ ਹੈ। ਤੇਰੀ ਰਤਾ ਜਿਤਨੀ ਮਿਹਰ ਦੀ ਨਿਗਾਹ ਨਾਲ ਵੱਡੇ ਵੱਡੇ ਨਿਰਦਈ ਬੰਦੇ ਵੀ ਅਤਿਆਚਾਰਾਂ ਵੱਲੋਂ ਹਟ ਜਾਂਦੇ ਹਨ। ਮੋਹਨ ਘਰ ਆਵੋ ਕਰੂੰ ਜੋਦਰੀਆ, ਮਾਨ ਕਰੂੰ ਅਭਿਮਾਨੇ ਬੋਲੂੰ, ਭੂਲ ਚੂਕ ਤੇਰੀ ਭ੍ਰਿਚਰੀਆ।
ਪੰਨਾ 1209। ਅਰਥ, हे ਮੋਹਨ ਪ੍ਰਭੂ, ਮੈਂ ਮਿੰਨਤ ਕਰਦੀ ਹਾਂ, ਮੇਰੇ ਹਿਰਦੇ ਘਰ ਵਿੱਚ ਆ ਵਸ। हे ਮੋਹਨ, ਮੈਂ ਸਦਾ ਮਾਣ ਕਰਦੀ ਰਹਿੰਦੀ ਹਾਂ, ਮੈਂ ਸਦਾ ਅਹੰਕਾਰ ਨਾਲ ਗੱਲਾਂ ਕਰਦੀ ਹਾਂ, ਮੈਂ ਬਥੇਰੀਆਂ ਭੁੱਲਾਂ ਚੁੱਕਾਂ ਕਰਦੀ ਹਾਂ, ਫਿਰ ਵੀ हे ਪਿਆਰੇ, ਮੈਂ ਤੇਰੀ ਹੀ ਦਾਸੀ ਹਾਂ। ਮੋਹਨ ਪ੍ਰਾਣ ਮਾਣ ਰੰਗੀਲਾ, ਬਾਸ ਰਿਓ ਹੀਏ ਕੇ ਸੰਗੇ, ਪੇਖ ਮੁਹਿਓ ਮਨ ਲੀਲਾ। ਪੰਨਾ 498। पूर्ण परम ज्योत परमेश्वर, प्रीतम प्राण हमारे, मोहन मोह लिया मन मेरा, समझस शब्द विचारे। ਪੰਨਾ 1197। ਸਿੱਖ ਜਗਤ ਵਿੱਚ ਗੁਰੂ ਬਾਣੀ ਲਈ ਨਿਰਸੰਦੇਹ ਬੜੀ ਸਤਿਕਾਰ ਵਾਲੀ ਥਾਂ ਹੈ। ਸਾਰਾ ਸਿੱਖ ਜਗਤ ਗੁਰਬਾਣੀ ਨੂੰ ਧੁਰ ਕੀ ਬਾਣੀ ਅਥਵਾ ਖਸਮ ਕੀ ਬਾਣੀ ਵੀ ਕਹਿੰਦਾ ਹੈ। ਸਿੱਖ ਪ੍ਰਚਾਰ ਸਿੱਖੀ ਵਿੱਚ ਪ੍ਰਗਟ ਹੋਏ ਬੇਅੰਤ ਸਾਧ ਸੰਤ ਲਗਭਗ ਸਾਰੇ ਧਰਮ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧੁਰ ਕੀ ਬਾਣੀ ਕਹਿੰਦੇ ਹਨ। ਸਾਰੇ ਵਿਦਵਾਨ ਗੁਰਬਾਣੀ ਕੇਵਲ ਅਤੇ ਕੇਵਲ ਬ੍ਰਹਮ ਦੀ ਵਿਚਾਰ ਅਤੇ ਗੁਰੂ ਸਿੱਧ ਕਰ ਰਹੇ ਹੁੰਦੇ ਹਨ। ਉਂਝ ਅਸਲ ਵਿੱਚ ਜੋ ਹੋ ਰਿਹਾ ਹੈ ਉਸ ਤੋਂ ਇਹ ਲੱਗਦਾ ਹੈ ਕਿ ਅਸੀਂ ਸਾਰੇ ਸਤਿਗੁਰਾਂ ਦੀ ਬਾਣੀ ਨੂੰ ਗੁਰੂ ਕਹਿੰਦੇ ਤਾਂ ਹਾਂ, ਪਰ ਪੂਰਨ ਗੁਰੂ ਮੰਨਦੇ ਨਹੀਂ ਹਾਂ। ਜੇ ਸਮੁੱਚੀ ਗੁਰਬਾਣੀ ਨੂੰ ਹਿਰਦੇ ਤੋਂ ਗੁਰੂ ਮੰਨਦੇ ਹੋਈਏ ਤਾਂ ਕੇਵਲ ਬ੍ਰਹਮ ਦੀ ਵਿਚਾਰ ਨਾਲ ਜੋੜਨ ਹਿੱਤ ਰਚੀ ਗੁਰਬਾਣੀ ਦੇ ਕਿਸੇ ਇੱਕ ਵੀ ਸ਼ਬਦ ਨੂੰ ਜਾਂ ਕਿਸੇ ਪੰਕਤੀ ਨੂੰ ਕਿਸੇ ਇਤਿਹਾਸਕ ਜਾਂ ਮਿਥਿਹਾਸਕ ਘਟਨਾ ਪਰਥਾਏ ਉਚਾਰਿਆ ਸਮਝਣ ਦੀ ਭੁੱਲ ਕਦੇ ਨਾ ਕਰੀਏ। ਉਸ ਸਮੇਂ ਬੜਾ ਦੁੱਖ ਹੁੰਦਾ ਹੈ ਜਦ ਕੋਈ ਪ੍ਰਚਾਰਕ ਜਾਂ ਕਥਿਤ ਸਾਧ ਸੰਤ ਪੰਚਮ ਪਾਤਸ਼ਾਹ ਜੀ ਬਾਰੇ ਗੁਰੂ ਦਰਬਾਰ ਵਿੱਚ ਇਹ ਸਾਖੀ ਸੁਣਾ ਰਿਹਾ ਹੁੰਦਾ ਹੈ ਕਿ ਜਦ ਉਹ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਮੋਹਨ ਜੀ ਕੋਲੋਂ ਪੋਥੀਆਂ ਲੈਣ ਗਏ ਤਾਂ ਉਹਨਾਂ ਨੇ ਮੋਹਨ ਜੀ ਨੂੰ ਖੁਸ਼ ਕਰਨ ਲਈ ਰਾਗ ਗੌੜੀ ਸ਼ੰਤ ਮਹੱਲਾ ਪੰਜਵਾਂ ਵਿਚਲਾ ਦੂਜਾ ਸ਼ਬਦ ਬਾਬਾ ਮੋਹਨ ਜੀ ਦੀ ਉਸਤਤ ਵਿੱਚ ਗਾਇਆ ਸੀ। ਉਹ ਪਾਵਨ ਗੁਰੂ ਸ਼ਬਦ ਇਸ ਪ੍ਰਕਾਰ ਹੈ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸਾਲਾ। ਧਰਮਸਾਲ ਅਪਾਰ ਦਿਆਲ ਠਾਕੁਰ ਸਦਾ ਕੀਰਤਨ ਗਾਵਹਿ, ਜੈ ਸਾਧ ਸੰਤ ਇਕੱਤਰ ਹੋਵੇਂ ਤਹਾਂ ਤੁਝੇ ਧਿਆਵੈ। ਕਰ ਦਇਆ ਮਇਆ ਦਿਆਲ ਸੁਆਮੀ, ਹੋ ਦੀਨ ਕਿਰਪਾਰਾ। ਬਿਰਮੰਤ ਨਾਨਕ ਦਰਸ਼ ਪਿਆਰ ਸੇ, ਮਿਲ ਦਰਸ਼ਨ ਸੁਖ ਸਾਰਾ। ਮੋਹਨ ਤੇਰੇ ਬਚਨ ਅਨੂਪ, ਚਾਲ ਨਿਰਾਲੀ। ਮੋਹਨ ਤੂੰ ਮਾਨੇ ਏਕ ਜੀ, ਅਵਰ ਸਭ ਰਾਲੀ। ਮਾਨੇ ਤਾਂ ਏਕ ਅਲੇਖ ਠਾਕੁਰ, ਜਿਨੇ ਸਭ ਕਲ ਧਾਰੀਆ। ਤੁਧ ਬਚਨ ਗੁਰ ਕੇ ਵਸ ਕੀਆ, ਆਦਿ ਪੁਰਖ ਬਨਵਾਰੀਆ। ਤੂੰ ਆਪ ਚਲਿਆ ਆਪ ਰਹਿਆ, ਆਪ ਸਭ ਕਲ ਧਾਰੀਆ। ਬਿਨਵੰਤ ਨਾਨਕ ਪੈਜ ਰਾਖੋ, ਸਭ ਸੇਵਕ ਸ਼ਰਨ ਤੁਮਾਰੀਆ। ਮੋਹਨ ਤੁਧ ਸਤ ਸੰਗਤ ਧਿਆਵੈ, ਦਰਸ਼ ਧਿਆਨਾ। ਮੋਹਨ ਜਮ ਨੇੜ ਨ ਆਵੈ, ਤੁਧ ਜਪੈ ਨਿਦਾਨਾ। ਜਮਕਾਲ ਤਿਨ ਕੋ ਲੱਗੈ, ਨਾਹੀ ਜੋ ਇੱਕ ਮਨ ਧਿਆਵੇ। ਮਨ ਬਚਨ ਕਰਮ ਜੇ ਤੁਧ ਅਰਾਧੇ, ਸੇ ਸਭੇ ਫਲ ਪਾਵੇ। ਮਲ ਮੂਤ ਮੂੜ ਜੇ ਮੁਗਧ ਹੋਤੇ, ਸੇ ਦੇਖ ਦਰਸ਼ ਸੋ ਗਿਆਨਾ। ਬਿਨਵੰਤ ਨਾਨਕ ਰਾਜ ਨਿਹਚਲ, ਪੂਰਨ ਪੁਰਖ ਭਗਵਾਨਾ। ਮੋਹਨ ਤੂੰ ਸੁਫਲ ਫਲਿਆ ਸਣ ਪਲਵਾਰੇ, ਮੋਹਨ ਪੁੱਤਰ ਮੀਰ ਭਾਈ ਕੁਟੰਬ ਸਭ ਤਾਰੇ। ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋਂ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਬੇਅੰਤ ਗੁਣ ਤੇਰੇ ਕਥੇ ਨ ਜਾਹੀ, ਸਤਿਗੁਰ ਪੁਰਖ ਮੁਰਾਰੇ। ਬਿਨਵੰਤ ਨਾਨਕ ਟੇਕ ਰਾਖੀ, ਜਿਤ ਲਗ ਤਰਿਆ ਸੰਸਾਰੇ। ਪੰਨਾ 248। ਜੇ ਗੁਰਬਾਣੀ ਵਿੱਚ ਪਰਮਾਤਮਾ ਨੂੰ ਮੋਹਨ ਪਹਿਲਾਂ ਕਿਤੇ ਨਾ ਲਿਖਿਆ ਹੁੰਦਾ ਤਦ ਬਾਬਾ ਮੋਹਨ ਜੀ ਬਾਰੇ ਕੋਈ ਟਪਲਾ ਲੱਗ ਜਾਂਦਾ ਤਾਂ ਹੋਰ ਗੱਲ ਸੀ, ਪਰ ਅਸਾਂ ਉੱਪਰ ਕਈ ਗੁਰੂ ਸ਼ਬਦਾਂ ਵਿੱਚ ਪ੍ਰਭੂ ਨੂੰ ਮੋਹਨ ਲਿਖਿਆ ਪੜਿਆ। ਇਹ ਸ਼ਬਦ ਨੂੰ ਪੋਥੀਆਂ ਲਿਆਉਣ ਵਾਲੀ ਕਹਾਣੀ ਨਾਲ ਜੋੜਨਾ ਸਿਆਣਪ ਨਹੀਂ ਹੈ, ਸਗੋਂ ਗੁਰਮਤਿ ਦੀ ਖੰਡਨਾ ਕਰਨ ਦਾ ਪਾਪ ਹੈ। ਫਿਰ ਕਿਸੇ ਮਨੁੱਖ ਨੂੰ ਪਰਮਾਤਮਾ ਦੇ ਤੁੱਲ ਕਹਿਣ ਨੂੰ ਗੁਰਮਤਿ ਕਿਸੇ ਹਾਲਤ ਵਿੱਚ ਵੀ ਨਹੀਂ ਚੱਲ ਸਕਦੀ। ਮਨੁੱਖ ਦੀ ਉਸਤਤ ਜਾਂ ਨਿੰਦਿਆ ਕਰਨੀ ਗੁਰਮਤਿ ਦੀ ਖੰਡਨਾ ਹੈ। ਪੰਚਮ ਪਾਤਸ਼ਾਹ ਜੀ ਦਾ ਆਪਣਾ ਫਰਮਾਨ ਹੈ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਮਝਾਈ, ਹੱਬ ਕਿਛ ਤਿਆਗੀ। ਪੰਨਾ 963। ਉਹ ਕਿਸੇ ਹਾਲਤ ਵਿੱਚ ਵੀ ਕਿਸੇ ਮਨੁੱਖ ਲਈ ਅਜਿਹਾ ਨਹੀਂ ਸਨ ਉਚਾਰ ਸਕਦੇ। ਫਿਰ ਸਾਧ ਬਿਰਤੀ ਵਾਲੇ ਅਤੇ ਗੁਰਮਤਿ ਦੇ ਗਿਆਤਾ ਮੋਹਨ ਜੀ ਆਪਣੀ ਉਸਤਤ ਸੁਣ ਕੇ ਖੁਸ਼ ਹੋਣ ਦੀ ਥਾਂ ਸਗੋਂ ਨਾਰਾਜ਼ ਹੁੰਦੇ। ਉਸਤਤ ਸੁਣ ਕੇ ਖੁਸ਼ੀ ਨਾਲ ਕੁੱਪੇ ਹੋ ਜਾਣਾ ਕੇਵਲ ਬ੍ਰਾਹਮਣੀ ਸੁਭਾਅ ਹੈ। ਪੁਰੋਹਿਤਵਾਦੀ ਰਿਸ਼ੀ ਮੁਨੀ ਦੇਵੀ ਦੇਵਤੇ ਆਪਣੀ ਉਸਤਤ ਸੁਣ ਕੇ ਵਰਾਂ ਦਾ ਮੀਂਹ ਵਰਾ ਰਹੇ ਹਨ ਅਤੇ ਨਿੰਦਿਆ ਸੁਣ ਕੇ ਸ਼ਰਾਪ ਦੇ ਕੇ
ਅਗਲੇ ਦਾ ਸਰਬਨਾਸ਼ ਕਰ ਰਹੇ। ਪੁਰਾਣਾ ਆਦਿ ਹਿੰਦੂ ਗ੍ਰੰਥਾਂ ਵਿੱਚ ਕਹਾਣੀ ਦੇ ਹਰ ਮੋੜ ਤੇ ਦਰਸ਼ਨ ਹੋ ਰਹੇ ਹਨ, ਪਰ ਗੁਰੂ ਘਰ ਵਿੱਚ ਉਸਤਤ ਕੇਵਲ ਪ੍ਰਭੂ ਦੀ ਹੀ ਹੈ ਅਤੇ ਨਿੰਦਾ ਕਿਸੇ ਦੀ ਵੀ ਨਹੀਂ। ਭਾਗ 18ਵਾਂ। ਪਿਆਰ, ਪ੍ਰੀਤ, ਪ੍ਰੇਮ ਨੇ ਇਸ਼ਕ, ਮੋਹ, ਮੁਹੱਬਤ। ਪੰਜ ਵਿਕਾਰਾਂ ਦੀ ਸੂਚੀ ਵਿੱਚ ਮੋਹ ਦਾ ਜ਼ਿਕਰ ਤਾਂ ਹੈ, ਪਰ ਪ੍ਰੇਮ ਪਿਆਰ ਦਾ ਕਿਤੇ ਵਰਣਨ ਨਹੀਂ ਹੈ। ਨਿਰਸੰਦੇਹ ਪਿਆਰ ਅਥਵਾ ਪ੍ਰੇਮ ਮੋਹ ਤੋਂ ਅੱਡਰਾ ਜਜ਼ਬਾ ਹੈ। ਮਹਾਨ ਕੋਸ਼ ਵਿੱਚ ਪਿਆਰ ਪਦ ਦਾ ਅਰਥ ਪ੍ਰੇਮ, ਮੁਹੱਬਤ, ਪਿਆਰ, ਪ੍ਰਿਯਤਾ, ਬੇਹੋਸ਼ੀ, ਅਗਿਆਨਤਾ, ਭਰਮ ਭੁਲੇਖਾ, ਦੁੱਖ, ਕਲੇਸ਼ ਵੀ ਲਿਖਿਆ। ਗੁਰਬਾਣੀ ਵਿਚਾਰ ਸਮੇਂ ਅਸਾਂ ਇਹ ਵੀ ਵੇਖਿਆ ਹੈ ਕਿ ਮੋਹ ਪਦ ਦੀ ਵਰਤੋਂ ਕੇਵਲ ਦ੍ਰਿਸ਼ਟਮਾਨ ਪਦਾਰਥਾਂ ਨਾਲ ਹੀ ਕੀਤੀ ਗਈ ਹੈ ਅਤੇ ਮੋਹ ਨੂੰ ਚਿੱਕੜ, ਠੱਗ, ਬੁੱਟੀ ਆਦਿ ਵੀ ਲਿਖਿਆ। ਮੋਹ ਦੇ ਪਿੱਛੇ ਸੁਆਰਥ ਹੁੰਦਾ ਹੈ, ਪਰ ਪ੍ਰੇਮ ਅਥਵਾ ਪਿਆਰ ਸੁਆਰਥੀ ਹੋਣਾ ਜਾਣਦਾ ਹੀ ਨਹੀਂ। ਮੋਹ ਦੇ ਪਿੱਛੇ ਸੁਆਰਥ ਲੁਕਿਆ ਵਿਖਾਈ ਆ ਜਾਂਦਾ ਹੈ, ਪਰ ਪ੍ਰੇਮ ਅਥਵਾ ਪਿਆਰ ਆਪਣੇ ਪਿਆਰੇ ਤੋਂ ਕੁਰਬਾਨ ਹੋ ਜਾਣ ਵਿੱਚ ਖੁਸ਼ੀ ਅਨੁਭਵ ਕਰਦਾ ਹੈ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਓਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਰਹਾ ਜੋ ਤਨ ਚੀਰੇ ਅੰਗ ਨਾ ਮੋਰੂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੂ। ਪੰਨਾ 484। ਜਿਸ ਪਿਆਰੇ ਸਿਉਨੇ ਤਿਸ ਆਗੇ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੇ ਪਾਛੈ ਜੀਵਣਾ। ਪੰਨਾ 83। ਅਰਥ ਜਿਸ ਪਿਆਰੇ ਨਾਲ ਪਿਆਰ ਹੋਵੇ, ਜਾਤੀ ਆਦਿਕ ਦਾ ਹੰਕਾਰ ਛੱਡ ਕੇ ਉਸ ਦੇ ਸਨਮੁਖ ਰਹਿਣਾ ਚਾਹੀਦਾ ਹੈ। ਸੰਸਾਰ ਵਿੱਚ ਉਸ ਤੋਂ ਬੇਮੁਖ ਹੋ ਕੇ ਜਿਉਣਾ ਇਸ ਜੀਵਨ ਨੂੰ ਧਿਕਾਰ ਹੈ। ਜਿਨ੍ਹਾਂ ਪੀਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ, ਨਾਨਕ ਮਿਲੇ ਸੁਭਾਏ, ਗੁਰਮੁਖ ਇਹ ਮਨ ਰਸੀਐ। ਪੰਨਾ 1442। ਸੁਣ ਸਾਜਨ ਮੇਰੀ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਧਾਰੇ, ਕਿਲ ਬਿਖ ਕਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਪੰਨਾ 103। ਤ੍ਰਿਸ਼ਨਾ ਤ੍ਰੇ ਪਿਆਸ ਦਾ ਇੱਕ ਇਹ ਰੂਪ। ਮਿੱਤਰ ਪਿਆਰਾ ਨਾਨਕ ਜੀ, ਮੈਂ ਛੱਡ ਗਵਾਇਆ, ਰੰਗ ਕੋ ਸੰਭੈ ਭੁੱਲੀ, ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹੋਂ ਤੁਧ ਬਿਨ ਅੱਡ ਨਾ ਲੰਦੀ। ਪੰਨਾ 963। ਅਰਥੇ ਨਾਨਕ ਜੀ, ਮੈਂ ਕੁਸੁੰਬੇ ਵਰਗੀ ਮਾਇਆ ਦੇ ਰੰਗ ਵਿੱਚ ਉਕਾਈ ਖਾ ਗਈ ਤੇ ਪਿਆਰਾ ਮਿੱਤਰ ਪ੍ਰਭੂ ਵਿਸਾਰ ਕੇ ਗਵਾ ਬੈਠੀ। ਹੇ ਸੱਜਣ ਪ੍ਰਭੂ, ਇਸ ਉਕਾਈ ਵਿੱਚ ਮੈਥੋਂ ਤੇਰੀ ਕਦਰ ਨਾ ਪੈ ਸਕੀ, ਪਰ ਤੇਥੋਂ ਬਿਨਾਂ ਵੀ ਮੈਂ ਅੱਧੀ ਦਮੜੀ ਦੀ ਵੀ ਨਹੀਂ ਹਾਂ। ਜਨ ਕੇ ਸਾਸ ਸਾਸ ਹੈ ਜੇਤੇ, ਹਰ ਬਿਰਹਿ ਪ੍ਰਭੂ ਹਰ ਬੀਤੇ, ਜਿਉ ਜਲ ਕਮਲ ਪ੍ਰੀਤ ਅਤ ਭਾਰੀ, ਬਿਨ ਜਲ ਦੇਖੇ ਸੁਕਲੀ ਤੇ। ਪੰਨਾ 1179। ਅਰਥੇ ਭਾਈ, ਪਰਮਾਤਮਾ ਦੇ ਭਗਤ ਦੀ ਉਮਰ ਦੇ ਜਿਤਨੇ ਵੀ ਸਾਹ ਹੁੰਦੇ ਹਨ, ਉਹ ਸਾਰੇ ਪਰਮਾਤਮਾ ਦੇ ਬਿਰਹੋਂ ਵਿੱਚ ਵਿਝੋ ਰਹਿੰਦੇ ਹਨ। ਜਿਵੇਂ ਕੌਲ ਫੁੱਲ ਅਤੇ ਪਾਣੀ ਦਾ ਬੜਾ ਡੂੰਘਾ ਪਿਆਰ ਹੁੰਦਾ ਹੈ, ਪਾਣੀ ਦਾ ਦਰਸ਼ਨ ਕਰਨ ਤੋਂ ਬਿਨਾਂ ਕੌਲ ਫੁੱਲ ਸੁੱਕ ਜਾਂਦਾ ਹੈ, ਇਹੀ ਹਾਲ ਹੁੰਦਾ ਹੈ ਭਗਤ ਜਨਾਂ ਦਾ। ਪ੍ਰੇਮ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੇ, ਜਿਉ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ, ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੇ, ਮੇਰੇ ਮਨ ਅੰਤਰ ਕੀ ਪੀਰ। ਪੰਨਾ 861। ਅਰਥੇ ਭਾਈ, ਪਰਮਾਤਮਾ ਦਾ ਪਿਆਰ ਮੇਰੇ ਮਨ ਵਿੱਚ ਤੀਰ ਵਾਂਗ ਲੱਗਾ ਹੋਇਆ ਹੈ। ਉਸ ਪ੍ਰੇਮ ਤੀਰ ਦੇ ਕਾਰਨ ਪੈਦਾ ਹੋਈ ਮੇਰੇ ਮਨ ਦੀ ਅੰਦਰਲੀ ਪੀੜ ਵੇਦਨਾ ਮੇਰਾ ਹਰੀ ਪ੍ਰਭੂ ਹੀ ਜਾਣਦਾ ਹੈ। ਪ੍ਰਿਓ ਪ੍ਰਿਓ ਪ੍ਰੀਤ ਪ੍ਰੇਮ ਉਰਤਾਰੀ, ਦੀਨਾਨਾਥ ਪੀਓ ਬਨਵਾਰੀ, ਆਂਦੇ ਨਾਮ ਦਾਨ ਬ੍ਰਤਕਾਰੀ, ਤ੍ਰਿਪਤ ਤਰੰਗ ਤਤ ਵਿਚਾਰੀ। ਪੰਨਾ 1331। ਕਬੀਰ ਤਾਂ ਸਿਉ ਪ੍ਰੀਤ ਕਰ, ਜਾਕੋ ਠਾਕੁਰ ਰਾਮ, ਪੰਡਤ ਰਾਜੇ ਭੁਗਤੀ, ਆਵੇਂ ਕੌਣੇ ਕਾਮ। ਪੰਨਾ 1365। ਸੁਆਰਥਾਂ ਦੇ ਬੱਧਿਆਂ ਵਿਖਾਵੇ ਵਾਲੇ ਧਰਮ ਕਰਨੇ ਨਿਸਫਲ ਹਨ। ਕੇਵਲ ਹਿਰਦੇ ਤੋਂ ਉਪਜੀ ਸੱਚੀ ਪ੍ਰੀਤ ਹੀ ਪਰਮਾਤਮਾ ਨਾਲ ਨੇੜਤਾ ਬਣਾ ਸਕਦੀ ਹੈ। ਨੀ ਅਤੇ ਨੇ ਪ੍ਰੀਤ ਬਿਨਾ ਕੈਸੇ ਵਧੇ ਸਨੇਹ, ਜਬ ਲਗ ਰਸ ਤਬ ਲਗ ਨਹੀਂ ਨੇ। ਪੰਨਾ 328। ਅਰਥ ਪ੍ਰੀਤ ਤੋਂ ਬਿਨਾ ਪ੍ਰਭੂ ਪਤੀ ਨਾਲ ਪਿਆਰ ਕਿਵੇਂ ਬਣ ਸਕਦਾ ਹੈ।
ਜਦ ਤਾਈਂ ਮਨ ਵਿੱਚ ਮਾਇਆ ਦਾ ਚਸਕਾ ਹੈ, ਤਦ ਤਾਈਂ ਪਤੀ ਪਰਮਾਤਮਾ ਨਾਲ ਪਿਆਰ ਨਹੀਂ ਹੋ ਸਕਦਾ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਚੱਲਾਂ ਤਾਂ ਭੇਜੈ ਕੰਬਲੀ, ਰਹਾਂ ਤਾਂ ਟੁੱਟੈ ਨੇ। ਪੰਨਾ 1379। ਅਰਥ, ਫਰੀਦ ਵਰਖਾ ਦੇ ਕਾਰਨ ਗਲੀ ਵਿੱਚ ਚਿੱਕੜ ਹੈ, ਇੱਥੋਂ ਪਿਆਰੇ ਦਾ ਘਰ ਦੂਰ ਹੈ, ਪਰ ਪਿਆਰੇ ਨਾਲ ਮੇਰਾ ਪਿਆਰ ਬਹੁਤ ਹੈ। ਜੇ ਮੈਂ ਪਿਆਰੇ ਨੂੰ ਮਿਲਣ ਜਾਵਾਂ ਤੇ ਮੇਰੀ ਕੰਬਲੀ ਭਿੱਜਦੀ ਹੈ। ਜੇ ਵਰਖਾ ਤੇ ਚਿੱਕੜ ਤੋਂ ਡਰਦਾ ਨਾ ਜਾਵਾਂ ਤਾਂ ਮੇਰਾ ਪਿਆਰ ਟੁੱਟਦਾ ਹੈ। ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੈ ਮੇਹ, ਜਾਏ ਮਿਲਾ ਤੈਨ ਸੱਜਣਾ, ਟੁੱਟੋ ਨਾਹੀ ਨੇ। ਪੰਨਾ 1379। ਅਰਥ, ਮੇਰੀ ਕੰਬਲੀ ਬੇਸ਼ੱਕ ਚੰਗੀ ਤਰ੍ਹਾਂ ਭਿੱਜ ਜਾਏ, ਰੱਬ ਕਰੇ ਮੀਂਹ ਵੀ ਬੇਸ਼ੱਕ ਵਰਦਾ ਰਹੇ, ਪਰ ਮੈਂ ਉਹਨਾਂ ਸੱਜਣਾ ਨੂੰ ਜ਼ਰੂਰ ਮਿਲਾਂਗਾ ਤਾਂ ਕਿ ਕਿਤੇ ਮੇਰਾ ਪਿਆਰ ਟੁੱਟ ਨਾ ਜਾਏ। ਇਸ਼ਕ ਅਤੇ ਆਸ਼ਿਕ। ਰਤੇ ਇਸ਼ਕ ਖੁਦਾਈ ਰੰਗ ਦੀਦਾਰ ਕੇ, ਵਿਸਰਿਆ ਜਨ ਨਾਮ ਤੇ ਭੋਏ ਭਾਰਥੀਏ। ਪੰਨਾ 488। ਜੋ ਮਨੁੱਖ ਰੱਬ ਦੇ ਪਿਆਰ ਵਿੱਚ ਰਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿੱਚ ਰੰਗੇ ਹੋਏ ਹਨ, ਉਹੀ ਅਸਲ ਮਨੁੱਖ ਹਨ। ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ, ਉਹ ਮਨੁੱਖ ਧਰਤੀ ਉੱਤੇ ਨਿਰਾਭਾਰ ਹੀ ਹਨ। ਇਹ ਇੱਕ ਨਹੀਂ ਆਸ਼ਕੀ, ਦੂਜੇ ਲੱਗੈ ਜਾਏ, ਨਾਨਕ ਆਸ਼ਿਕ ਕਾਂਢੀਏ ਸਦ ਹੀ ਰਹੇ ਸਮਾਏ। ਚੰਗੇ ਚੰਗਾ ਕਰ ਮੰਨੈ, ਮੰਦੇ ਮੰਦਾ ਹੋਏ, ਆਸ਼ਿਕੇ ਨਾ ਕੀਐ, ਜੇ ਲੇਖੇ ਵਰਤੇ ਸੋਏ। ਪੰਨਾ 474। ਆਸ਼ਿਕ ਆਸਾਂ ਬਾਹਰਾ, ਮੂੰਹ ਮਨ ਵੱਡੀ ਆਸ, ਆਸ ਨਿਰਾਸਾ ਹਿੱਕ ਤੋਂ, ਹਉ ਬਲ 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 ਗਈ ਆਸ। ਪੰਨਾ 1100। ਮੁਹੱਬਤ। ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਅਰਥ, ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ ਆਸ਼ਿਕ ਪਿਆਰ ਕਰਨ ਵਾਲੇ ਹਨ। ਪਰ ਜਿਨ੍ਹਾਂ ਦੇ ਮਨ ਵਿੱਚ ਹੋਰ, ਮੂੰਹ ਵਿੱਚ ਕੁਝ ਹੋਰ ਆਖਦੇ ਹਨ, ਉਹ ਕੱਚੇ ਆਸ਼ਿਕ ਕਹੇ ਜਾਂਦੇ ਹਨ। ਮੁਹੱਬਤ ਜਿਸ ਖੁਦਾਏ ਦੀ, ਰੱਤਾ ਰੰਗ ਚਲੂਲ, ਨਾਨਕ ਵਿਰਲੇ ਪਾਈਨ, ਤਿਸ ਜਨ ਕੀਮ ਨਾ ਮੂਲ। ਪੰਨਾ 966। ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਬਸੈ, ਸੱਚ ਸ਼ਾਹ ਬੰਦੀ ਮੋਚ। ਪੰਨਾ 724। ਅਰਥ, ਹੈ ਸਰਦਾਰ, ਹੈ ਸਿਆਣੇ, ਹੈ ਜੀਵਾਂ ਦੇ ਦਿਨਾਂ ਨੂੰ ਪਵਿੱਤਰ ਕਰਨ ਵਾਲੇ, ਹੈ ਸਦਾ ਥਿਰਸ਼ਾ ਬੰਧਨਾਂ ਤੋਂ ਛੁਡਾਉਣ ਵਾਲੇ, ਤੇਰੀ ਮੁਹੱਬਤ ਮੇਰੇ ਮਨ ਵਿੱਚ, ਮੇਰੇ ਹਿਰਦੇ ਵਿੱਚ ਵਸ ਰਹੀ ਹੈ। ਸੋਇਨੇ ਕਾ ਬਿਰਖ ਪੱਤ ਪਰਵਾਲਾ, ਫੁੱਲ ਜਵੇਹਰ ਲਾਲ, ਤਿਤ ਫਲ ਰਤਨ ਲੱਗੈ ਮੁਖ ਭਾਖਤ, ਹਿਰਦੇ ਰਿਦੇ ਨਿਹਾਲ। ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ, 68 ਤੀਰਥ ਗੁਰ ਕੀ ਚਰਣੀ, ਪੂਜੇ ਸਦਾ ਵਿਸੇਕ। ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਭਾਵੇਂ ਦੱਜੇ ਨਾਨਕਾ, ਤਰੀਏ ਕਰਮੀ ਲੱਗ। ਪੰਨਾ 147। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 8ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 5ਵੇਂ ਕਾਂਡ ਦਾ 9ਵੇਂ ਤੋਂ 18ਵੇਂ ਭਾਗ ਤੱਕ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।